ਸਾਡੇ ਨਾਲ ਡਾਕਟਰ ਬਲਜੀਤ ਕੌਰ ਕੈਬਨਿਟ ਮਿਨਿਸਟਰ ਨੇ ਇਸ ਵੇਲੇ ਸਮਾਜਿਕ ਨਿਆਂ ਸਮਾਜਿਕ ਸੁਰੱਖਿਆ ਵਿਭਾਗ ਇਹਨਾਂ ਕੋਲ ਹੈ ਔਰ ਖਾਸ ਕਰਕੇ ਉਹ ਮਹਿਕਮਾ ਜਿਸ ਦੇ ਕੋਲ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਵਰਗਾਂ ਦੀ ਜਿਨ੍ਹਾਂ ਦੀ ਸੁਰੱਖਿਆ ਕਰਨੀ, ਜਿਨ੍ਹਾਂ ਨੂੰ ਸਕੀਮਾਂ ਬਾਰੇ ਜਾਣਕਾਰੀ ਦੇਣੀ, ਜਿਨ੍ਹਾਂ ਤੱਕ ਸਕੀਮਾਂ ਨੂੰ ਪੁੱਛਤਾ ਕਰਨਾ ਇਸ ਮਹਿਕਮੇ ਦਾ ਜ਼ਿੰਮਾ ਹੁੰਦਾ। ਸੋ 1 ਸਾਲ ਸਰਕਾਰ ਨੂੰ ਪੂਰਾ ਹੋ ਗਿਆ, ਇਹਨਾਂ ਨੂੰ ਬਤੌਰ ਮੰਤਰੀ 1 ਸਾਲ ਹੋ ਗਿਆ ਇਹ ਮਹਿਕਮਾ ਸੰਭਾਲੇ ਹੋਏ ਔਰ किस तरीके नाल ये देखते हैं चुनौतियां किन्नियां ने और किवें उस नूं अगे वधा रहे हैं। बहुत बहुत स्वागत है मैडम, तुसीं समा कढ़िया। 1 साल पूरा हो गया, बहुत सारे चैलेंजेस आए होंगे। शुरुआत मैं करूँगा, बजट ताज़ा पेश होया और बजट दे विच काफ़ी चीज़ों का जिक्र होया। चलो महकमे लई कितना बजट रखा जाता है या हर सरकार ये कहती है कि असीं पिछले वार नालों इन्ना वधाता, ओबीअसली हुंदा भी है, एक सरकार की जिम्मेवारी है। एक जिक्र होया जेंडर बेस्ड जिहड़ा है वो एलोकेशनस का, हालांकि काफ़ी चीज़ां उस वेले बजट स्पीच दे विच टैक्नीकली रह गई या समझ नहीं आईयां और उस चीज़ ते साडा खास फोकस सी कि तुसीं आओगे तो दर्शक देखते हैं, एलैबोरेट करना बड़ा जरूरी है। ये जेंडर बेस्ड एलोकेशनस की ने, की तुसीं नवीं स्कीम लैके आए हो जिहड़ी? थैंक यू विजय। जेंडर बेस्ड बजट या आपां कह लीए कि जेंडर बजट पंजाब दे विच पहली बारी लिआंदा गया, हालांकि होर स्टेट्स विच शुरू हो चुकिया जी। और इहदा मेन रीजन लिआउण दा सी कि साडीआं महिलावां नूं असीं प्रायोरिटी बेस ते जो स्कीमां दा लाभ दे सकीए। सो ਉਹਦੇ ਵਿੱਚ ਤਕਰੀਬਨ 8600 ਕਰੋੜ ਦਾ ਬਜਟ ਜਿਹੜਾ ਅਸੀਂ ਜੈਂਡਰ ਬਜਟ ਨੂੰ ਦਿੱਤਾ ਹੈ। ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਵੇਂ ਕੁਝ ਸਕੀਮਾਂ ਹੁੰਦੀਆਂ ਨੇ ਜਿਹੜਾ ਸਾਨੂੰ ਪਤਾ ਹੀ ਹੁੰਦਾ ਕਿ ਔਰਤਾਂ ਲਈ ਬਣੀਆਂ ਹੋਈਆਂ ਨੇ, ਜਿਵੇਂ ਆਪਾਂ ਕਹਿ ਲਓ ਕਿ ਔਰਤਾਂ ਨੂੰ ਅਸੀਂ ਮੁਫਤ ਬੱਸ ਸਫ਼ਰ ਕਰਾ ਰਹੇ ਹਾਂ, ਤਾਂ ਉੱਥੇ ਸਿਰਫ ਉਹ ਔਰਤਾਂ ਨੂੰ ਹੀ ਡੈਡੀਕੇਟਡ ਨਹੀਂ ਉਹ ਸਕੀਮਾਂ। पर असी की कीता कि अपने 4 इंपॉर्टेंट जोड़े डिपार्टमेंट लै ले, उहदे च 2 मेरे ने सोशल सिक्योरिटी सोशल जस्टिस और एक असी लेबर डिपार्टमेंट लिया, एक असी पेंडू विकास जिन्होंने असी कह दिंदे आ। सो उन्हां डिपार्टमेंट्स दे विच जिहड़ियां भी स्कीम्स है, जिवें कि असी कह लीए कि रूरल डिवेलपमेंट की गल कर लीए, उहदे विच जे पिंडां दे विच सोलर लाइटां लग रहीआं जी ਤਾਂ ਆਮ ਲੋਕਾਂ ਨੂੰ ਹੁੰਦਾ ਵੀ ਇਹਦੇ ਵਿੱਚ ਔਰਤਾਂ ਨੂੰ ਕੀ ਲਾਭ ਹੈ ਨਾ, ਉਹ ਤਾਂ ਸਾਰਿਆਂ ਲਈ ਲੱਗ ਜਨਰਲ ਕੰਮ ਨੇ, ਇਹਦੇ ਵਿੱਚ ਔਰਤਾਂ ਨੂੰ ਕੁਝ ਨਹੀਂ ਮਿਲ ਰਿਹਾ। ਸੋ ਉਹਦੇ ਵਿੱਚ ਅਸੀਂ ਇਹ ਜ਼ਰੂਰੀ ਕਰਨਾ ਹੈ ਕਿ ਜੇ ਸਾਡੇ ਪਿੰਡ ਦੇ ਵਿੱਚ ਕੋਈ ਔਰਤ ਜ਼ਰੂਰਤਮੰਦ ਹੈ, ਕੋਈ ਵਿਧਵਾ ਔਰਤ ਹੈ, ਕੋਈ ਇਕੱਲੀ ਬੱਚਿਆਂ ਨੂੰ ਪਾਲ ਰਹੀ ਹੈ, ਤਾਂ ਇਹ ਜ਼ਰੂਰੀ ਹੋਵੇਗਾ ਕਿ ਲਾਈਟ ਉਹਦੇ ਘਰ ਦੇ ਸਾਹਮਣੇ ਲੱਗੇ। ਠੀਕ ਹੈ। ਜੇ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਸਾਡੇ ਇੱਕ ਸਿਪਡਾ ਸਕੀਮ ਆਉਂਦੀ ਹੈ। ਠੀਕ ਹੈ। ਸਿਪਟਾ ਸਕੀਮ ਦੇ ਵਿੱਚ ਅਸੀਂ ਜਿਹੜੇ ਡਿਸੇਬਲਡ ਨੇ ਜਾਂ ਹੈਂਡੀਕੈਪ ਨੇ ਉਹਨਾਂ ਲਈ ਰੈਂਪ ਬਣਾਉਣੇ ਜਾਂ ਉਹਨਾਂ ਲਈ ਰੋਡ ਤੇ ਪਟੜੀਆਂ ਬਣਾਉਣੀਆਂ ਕਿ ਜਿਨ੍ਹਾਂ ਤੇ ਉਹ ਆਸਾਨੀ ਨਾਲ ਚੱਲ ਸਕਣ, ਤਾਂ ਉਹਦੇ ਵਿੱਚ ਅਸੀਂ ਕਵਾਂਗੇ ਕਿ ਔਰਤਾਂ ਲਈ ਕੀ ਅਸੀਂ ਖਾਸ ਕੀਤਾ ਜੀ। ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉੱਥੇ ਜੇ ਸਾਡੀ ਕੋਈ ਬੇਟੀ ਜੇ ਕੋਈ ਮਹਿਲਾ ਕੋਈ ਪ੍ਰੈਗਨੈਂਟ ਵੂਮਨ ਜਾ ਰਹੀ ਆ ਤਾਂ ਅਸੀਂ ਉਹਨਾਂ ਲਈ ਕੋਈ ਸੈਪਰੇਟ ਰਸਤੇ 'ਚ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਬਾਥਰੂਮ ਬਣਾ ਦਈਏ ਜਾਂ ਕੋਈ ਕਹਿ ਦੋ ਕਿ ਲੈਕਟੇਟਿੰਗ ਮਦਰ ਜੋ ਬੱਚੇ ਨੂੰ ਫੀਡ ਦਿੰਦੀ ਹੈ, ਕੋਈ ਇਸ ਤਰ੍ਹਾਂ ਦਾ ਰੂਮ ਰਸਤੇ 'ਚ ਬਣਾ ਦਈਏ ਜਿੱਥੇ ਉਹ ਆਸਾਨੀ ਨਾਲ ਬੱਚੇ ਨੂੰ ਫੀਡ ਦੇ ਸਕੇ। ਇਸੇ ਤਰ੍ਹਾਂ ਹੀ ਮਤਲਬ ਸਾਰੀਆਂ ਸਕੀਮਾਂ ਦੇ ਵਿੱਚ ਇਹ ਜ਼ਰੂਰੀ ਕਰਾਂਗੇ ਕਿ 50% ਜਿਹੜਾ ਲਾਭ ਹੈ ਸਕੀਮ ਦਾ ਉਹ ਔਰਤਾਂ ਨੂੰ ਜਾਵੇ। ਸੋ ਇਹਦੇ ਲਈ ਮੈਂ ਮਾਨ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਬਾਕੀ ਸਟੇਟਸ ਦੇ ਵਿੱਚ ਪਹਿਲਾਂ ਤੋਂ ਕਾਫੀ ਸਟੇਟਸ 'ਚ ਚੱਲ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਪਹਿਲੀ ਵਾਰੀ ਲਿਆਂਦੀ ਗਈ ਹੈ ਔਰ ਇਹ ਕਿਸ ਤਰ੍ਹਾਂ ਔਰਤਾਂ ਦੇ ਵਿੱਚ ਉਹਨਾਂ ਦੇ ਰਹਿਣ ਸਹਿਣ 'ਚ ਤਬਦੀਲੀ ਆਏਗੀ ਇਹ ਪਤਾ ਲੱਗੇਗਾ ਆਪਾਂ ਨੂੰ ਨੈਕਸਟ ਈਅਰ। ਮੈਨੂੰ ਲੱਗਦਾ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਕਾਫੀ ਪੰਫਲੇਟ ਜਾਂ ਮਟੀਰੀਅਲ ਵਗੈਰਾ ਤਿਆਰ ਕਰਨਾ ਪਏਗਾ ਕਿਉਂਕਿ ਜੇ ਸਾਨੂੰ हले उस चीज़ ਨੂੰ ਸਮਝਣਾ ਪੈ ਰਿਹਾ ਹੈ, ਜਾਣਕਾਰੀ ਨਹੀਂ ਤਾਂ ਹਰ ਆਮ ਵਿਅਕਤੀ ਤੱਕ ਪਹੁੰਚਾਉਣੀ ਬੜਾ ਵੱਡਾ ਚੈਲੰਜ ਹੁੰਦਾ। ਬਿਲਕੁਲ ਔਰ ਅਸੀਂ ਇਹਦੇ ਤੇ ਜਿਹੜਾ ਹੋਮਵਰਕ ਹੈ ਉਹ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਇੱਕ ਜੈਂਡਰ ਸੈੱਲ ਅਸੀਂ ਬਣਾਇਆ, ਉਹਦੇ 'ਚ 5 ਮੈਂਬਰ ਹੋਣਗੇ ਸਟੇਟ ਲੈਵਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਕਹਿ ਲਓ ਜ਼ਿਲ੍ਹਾ ਲੈਵਲ ਤੱਕ ਲੈ ਕੇ ਜਾਵਾਂਗੇ ਜੀ। ਔਰ ਇਹ ਕਾਫੀ ਜ਼ਰੂਰੀ ਹੈ ਕਿ ਹਰ ਮਹਿਲਾ ਤੱਕ ਇਹ ਪਹੁੰਚੇ ਕਿ ਮੇਰੇ ਲਈ ਆਹ ਹੋਣ ਜਾ ਰਿਹਾ। ਸੋ ਇਹਦੇ ਤੇ ਕਾਫੀ ਵੱਡਾ ਤੁਹਾਡੀ ਗੱਲ ਠੀਕ ਹੈ ਕਿ ਪੈਂਫਲੇਟਸ ਛਾਪਣੇ ਪੈਣਗੇ, ਹਰ ਮੋੜ ਤੇ ਉਹਨਾਂ ਨੂੰ ਇਹ ਅਲਰਟ ਕਰਨਾ ਪਏਗਾ ਸੋਸ਼ਲ ਮੀਡੀਆ ਦੇ ਜ਼ਰੀਏ, ਜਿਵੇਂ ਵੀ ਤੁਸੀਂ ਕੈਂਪੇਨ ਉਸ ਨੂੰ ਤਾਂ ਹੀ ਪਤਾ ਚੱਲੇਗਾ, ਨਹੀਂ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਇਸ ਸਕੀਮ ਦਾ ਮੈਂ ਕਿਸ ਤਰੀਕੇ ਨਾਲ ਬੈਨੀਫਿਟ ਲੈ ਸਕਦੀ। ਬਿਲਕੁਲ। ਔਰ ਇਸ ਦੇ ਵਿੱਚ ਇੱਕ ਹੋਰ
ਹੋਰ ਅਗਰ ਆਪਾਂ ਇਸ ਨੂੰ ਜੋੜੀਏ, ਕਿਉਂਕਿ ਬਾਕੀ ਸਾਰੇ ਡਿਪਾਰਟਮੈਂਟਸ ਖਾਸ ਤੌਰ ਤੇ ਐਜੂਕੇਸ਼ਨ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਹੈਲਥ ਦੀ ਗੱਲ ਕਰ ਲਈਏ, ਹਮੇਸ਼ਾ ਚਰਚਾ 'ਚ ਵੀ ਰਿਹਾ ਔਰ ਚੁਣਾਵੀ ਦੌਰ ਦੇ ਅਸੀਂ ਗੱਲ ਕਰੀਏ ਤਾਂ ਉਹ ਸਭ ਤੋਂ ਪਹਿਲਾਂ ਪਹਿਲ ਵੀ ਰਹੀ ਹੈ ਉਸ ਸਮੇਂ ਆਮ ਆਦਮੀ ਪਾਰਟੀ ਦੀ। ਇਹ ਮੈਂ ਡਿਪਾਰਟਮੈਂਟ ਦੀ ਤੁਹਾਡੀ ਗੱਲ ਕਰਾਂ, ਥੋੜਾ ਠੰਡਾ ਵੀ ਹੈ ਪਰ ਬਹੁਤ ਇੰਪੋਰਟੈਂਟ ਹੈ। ਸੋ ਬਜਟ ਤੇ ਆਪਾਂ ਆਉਂਦੇ ਹਾਂ, ਜਿਹੜਾ ਪੂਰਨ ਬਜਟ ਪਹਿਲਾਂ ਪੇਸ਼ ਕੀਤਾ ਸਰਕਾਰ ਨੇ, ਤੁਸੀਂ ਇਸ ਤੋਂ ਕਿੰਨੇ ਸੰਤੁਸ਼ਟ ਹੋ? ਖਾਸ ਤੌਰ ਤੇ ਜਦੋਂ ਇੱਕ ਮਹਿਲਾ ਮੰਤਰੀ ਦਾ ਜ਼ਿਕਰ ਆਉਂਦਾ, ਸਭ ਤੋਂ ਪਹਿਲੇ ਤੁਸੀਂ ਮਹਿਲਾ ਮੰਤਰੀ ਸੀਗੇ ਔਰ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਿਆ ਕਿੰਨੀਆਂ ਕੁ ਚੁਣੌਤੀਆਂ ਨੇ? ਕਿਉਂਕਿ ਜਦੋਂ ਤੁਸੀਂ ਕੈਬਨਿਟ 'ਚ ਵੀ ਬੈਠੇ, ਆਪਣੇ ਮੁੱਦੇ ਵੀ ਰੱਖੇ, ਔਰ ਕੀ ਇਹ ਵੀ ਖਾਸ ਰਿਹਾ ਜੋ ਪਹਿਲਾਂ ਕਦੇ ਸਰਕਾਰਾਂ 'ਚ ਨਹੀਂ ਹੋਇਆ, ਉਹ ਸਿਰਫ ਮਾਨ ਸਰਕਾਰ ਦੇ ਵਿੱਚ ਹੀ ਹੋਇਆ? ਪਹਿਲਾਂ ਤਾਂ ਮੈਂ ਦੱਸਾਂ ਕਿ ਚੁਣੌਤੀਆਂ ਬਹੁਤ ਸੀ। ਜਿਵੇਂ ਕਿ ਪਹਿਲਾਂ ਵੀ ਮੈਂ ਇੱਥੇ ਆਈ ਸੀ ਔਰ ਮੈਨੂੰ ਲੱਗਦਾ ਸੀ ਕਿ ਕਿਹਾ ਜਾਂਦਾ ਸੀ ਵੀ ਤੁਸੀਂ ਕਿਵੇਂ ਟੈਕਲ ਕਰੋਗੇ, ਹੈ ਨਾ, ਇੱਕ ਡਾਕਟਰ ਪੇਸ਼ੇ ਨੂੰ ਛੱਡ ਕੇ, ਔਰ ਜਿੱਥੇ ਏਡੇ ਏਡੇ ਵੱਡੇ ਧਾਂਜਲੀਆਂ ਹੋਈਆਂ ਹੋਣ, ਉਹਨਾਂ ਨੂੰ ਕਿਵੇਂ ਟੈਕਲ ਕਰੋਗੇ, ਕਿਵੇਂ ਸਾਹਮਣੇ ਲਿਆਓਗੇ। ਤਾਂ 1 ਬਾਏ 1 ਮੈਂ ਉਹਨਾਂ ਨੂੰ ਸਟੱਡੀ ਵੀ ਕੀਤਾ, ਕਾਫੀ ਮਿਹਨਤ ਵੀ ਕੀਤੀ ਵੀ ਸਕੀਮਸ ਚੱਲ ਰਹੀਆਂ ਨੇ ਜੀ, ਆਪਾਂ ਲੋਕਾਂ ਦੇ ਸਾਹਮਣੇ ਆ ਜੀ, ਸਕੀਮਸ ਚੱਲ ਰਹੀਆਂ ਨੇ, ਮਿਲ ਰਿਹਾ ਸਾਰਿਆਂ ਨੂੰ ਪੈਸਾ। ਫਿਰ ਇਹ ਆ ਜਾਂਦਾ ਜੀ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ, ਕੋਈ ਬਜ਼ੁਰਗ ਔਰਤ ਆ ਕੇ ਕਹਿੰਦੀ ਹੈ ਮੈਂ ਤਾਂ ਜੀ ਇੰਨੇ ਸਾਲ ਦੀ ਮੈਨੂੰ ਤਾਂ ਪੈਨਸ਼ਨ ਮਿਲੀ ਨਹੀਂ, ਹਾਂ ਦੇਖ ਲਓ ਜੀ ਉਹ 40 ਸਾਲਾਂ ਦੀ ਨੂੰ ਮਿਲੀ ਜਾਂਦੀ ਹੈ। ਸੋ ਇੱਕ ਬਹੁਤ ਵੱਡਾ ਸਵਾਲ ਤੁਹਾਡੇ ਅੱਗੇ ਵੀ ਕੀ ਵਾਕਈ ਸਭ ਕੁਝ ਟਰਾਂਸਪੇਰੈਂਸੀ ਨਾਲ ਹੋ ਰਿਹਾ? ਸੋ ਉਹ ਸਾਰਾ ਕੁਝ ਇੱਕ ਇੱਕ ਸਕੀਮ ਅਸੀਂ ਚੱਕੀ ਜਿੰਨਾ ਵੀ ਕਰ ਸਕਦੇ ਸੀ। ਉਹਦੇ 'ਚ ਬਹੁਤ ਸਾਰਾ ਕੁਝ, ਜਿਵੇਂ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ 90,000 ਤੋਂ ਉੱਪਰ ਸਾਡੇ ਇਹੋ ਜਿਹੇ ਬੈਨੀਫਿਸ਼ਰੀ ਨਿਕਲੇ ਆਏ ਜੋ ਇਸ ਦੁਨੀਆ 'ਚ ਹੈ ਹੀ ਨਹੀਂ। ਸੋ ਡੈਡ ਬੈਨੀਫਿਸ਼ਰੀ ਉਹਨਾਂ ਤੋਂ ਅਸੀਂ ਤਕਰੀਬਨ 24 ਕਰੋੜ ਦੀ ਰਿਕਵਰੀ ਕੀਤੀ। ਸੋ ਇਸੇ ਤਰ੍ਹਾਂ ਵੀ ਜਿਨ੍ਹਾਂ ਨੂੰ ਚਾਹੀਦੀ ਹੈ ਸਹੂਲਤ ਉਹਨਾਂ ਨੂੰ ਮਿਲੇ, ਉਸ ਤੇ ਬਹੁਤ ਸਾਰਾ ਕੰਮ ਕਰਨਾ ਪਿਆ ਔਰ ਹਲੇ ਖਤਮ ਨਹੀਂ ਹੋਇਆ, ਸ਼ੁਰੂਆਤ ਹੀ ਹੈ। ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਕਰਕੇ ਫਿਰ ਅਸੀਂ ਹੋਰ ਮਤਲਬ ਜਿਹੜੇ ਬੈਨੀਫਿਸ਼ਰੀ ਐਕਚੁਅਲ ਸੀ 2.5 ਲੱਖ ਤੋਂ ਉੱਪਰ ਉਹ ਨਿਕਲੇ, ਸੋ ਉਹਨਾਂ ਨੂੰ ਪੈਨਸ਼ਨ ਦਿੱਤੀ ਗਈ, ਦੂਜਿਆਂ ਦੀ ਕੱਟੀ ਗਈ। ਸੋ ਇਹ ਸਾਰਾ, ਇਹ ਸਿਰਫ ਪੈਨਸ਼ਨ ਦੀ ਗੱਲ ਹੈ, ਬਾਕੀ ਵੀ ਬਹੁਤ ਸਾਰੀਆਂ ਸਕੀਮਸ ਨੇ। ਔਰ ਇਸ ਵਾਰ ਜੋ ਬਜਟ ਪੇਸ਼ ਕੀਤਾ ਗਿਆ ਉਹਦੇ 'ਚ ਸੰਤੁਸ਼ਟੀ ਇਸ ਗੱਲ ਦੀ ਹੋਈ ਕਿ ਪਹਿਲਾਂ ਨਾਲੋਂ ਵਧਾ ਕੇ, ਹਰ ਚੀਜ਼ ਪਹਿਲਾਂ ਨਾਲੋਂ ਵਧਾ ਕੇ। ਸੋ ਸਾਨੂੰ ਲੱਗਦਾ ਸੀ ਕਿ ਜਿਹੜੇ ਲੋਕ ਵਾਂਝੇ ਰਹਿ ਗਏ ਆ ਉਹਨਾਂ ਨੂੰ ਇਸ ਵਾਰੀ ਪੂਰੀ ਮਤਲਬ ਉਹ ਬੈਨੀਫਿਟ ਮਿਲੇਗਾ। ਸੋ ਮੈਂ ਆਪਣੇ ਵੱਲੋਂ, ਮੈਨੂੰ ਪੂਰੀ ਸੰਤੁਸ਼ਟੀ ਹੈ। ਕਿਉਂਕਿ ਤੁਸੀਂ ਜਿਹੜਾ ਜ਼ਿਕਰ ਕੀਤਾ ਹੈ ਕਿ ਤੁਸੀਂ ਉਹਦੇ 'ਚ ਚਾਰਜ ਸ਼ੀਟ ਕੀਤੇ ਮਹਿਕਮੇ ਦੇ ਅਧਿਕਾਰੀ, ਮੈਨੂੰ ਲੱਗਦਾ ਹੈ ਸਾਰੇ ਡਿਪਾਰਟਮੈਂਟਾਂ 'ਚੋਂ ਤੁਹਾਡੇ ਮਹਿਕਮੇ ਦੇ ਵਿੱਚ ਇਹ ਐਡਾ ਵੱਡਾ ਐਕਸ਼ਨ ਹੋਇਆ ਹੋਣਾ ਕਿ ਨੌਕਰੀ ਤੋਂ ਹੀ ਬਰਖਾਸਤ ਕਰਤੇ ਜਿਹੜੀ ਉਹਦੇ 'ਚ ਗੜਬੜੀ ਹੋਈ। 23 ਕਰੋੜ ਦੀ ਰਿਕਵਰੀ ਤੁਸੀਂ ਦੱਸ ਰਹੇ ਹੋ, ਕਿਸ ਤਰੀਕੇ ਨਾਲ ਇਹ ਗੜਬੜੀ ਕੀਤੀ ਗਈ? ਮਤਲਬ ਕਿਵੇਂ ਤੁਸੀਂ ਉੱਥੋਂ ਤੱਕ ਪਹੁੰਚੇ, ਕਿਵੇਂ ਚਾਰਜ ਸ਼ੀਟ ਕਰਨ? ਇਹ ਜਿਹੜਾ ਸੀਗਾ, ਇਹ ਸਾਡਾ ਡਿਪਾਰਟਮੈਂਟ ਆ ਜਾਂਦਾ ਸੋਸ਼ਲ ਜਸਟਿਸ ਡਿਪਾਰਟਮੈਂਟ ਜੀ। ਇਹਦੇ 'ਚ ਇੱਕ ਸਕੀਮ ਚੱਲਦੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ। ਅਸੀਂ ਜਿਹੜੇ SC ਬੱਚੇ ਆ, BC ਬੱਚੇ ਆ, ਉਹਨਾਂ ਨੂੰ ਵਜ਼ੀਫਾ ਮਿਲਦਾ ਤਾਂ ਕਿ ਉਹ ਪੜ੍ਹ ਸਕਣ, ਐਜੂਕੇਸ਼ਨ ਦੇ ਨਾਲ ਹੀ ਆਪਾਂ ਨੂੰ ਪਤਾ ਅੱਗੇ ਆਉਣਗੇ। ਸੋ ਪਿਛਲੇ 3-4 ਸਾਲਾਂ ਤੋਂ ਕਾਫੀ ਵਿਵਾਦਾਂ ਦੇ ਘੇਰੇ 'ਚ ਸੀ ਕਿ ਜੀ ਬੱਚਿਆਂ ਦੇ ਵਜ਼ੀਫੇ ਖਾਧੇ ਜਾ ਰਹੇ ਆ ਜੀ। ਉਹਦੀ ਪੂਰੀ ਤਰ੍ਹਾਂ ਇਨਕੁਆਇਰੀਆਂ ਪਹਿਲਾਂ ਹੀ ਚੱਲ ਰਹੀਆਂ ਸੀ, ਉਹਨੂੰ ਹੋਰ ਡੀਪਲੀ ਇਨਕੁਆਇਰ ਕੀਤਾ ਗਿਆ ਔਰ ਉਹਦੇ ਵਿੱਚ ਜੋ ਨਿਕਲ ਕੇ ਸਾਹਮਣੇ ਆਇਆ ਕਿ ਕਾਲਜਾਂ ਨੂੰ ਦਿੱਤਾ ਜਾਂਦਾ ਸੀ ਵਜ਼ੀਫਾ ਜੀ ਔਰ ਬੱਚਿਆਂ ਦੇ ਕੋਲ ਵਜ਼ੀਫਾ ਜਾਂਦਾ ਨਹੀਂ ਸੀ। ਬੱਚੇ ਪੜ੍ਹਨੋਂ ਹਟ ਗਏ, ਬੱਚੇ ਕਾਲਜਾਂ ਸਕੂਲਾਂ 'ਚ ਜਾ ਨਹੀਂ ਰਹੇ ਔਰ ਬੈਨੀਫਿਟ ਜਿਹੜਾ ਉਹ ਕਾਲਜਾਂ ਨੂੰ ਜਾ ਰਿਹਾ। ਔਰ ਐਕਚੁਅਲ ਜੋ ਨਿਕਲ ਕੇ ਆਇਆ ਵੀ ਬਹੁਤ ਸਾਰੇ ਕਾਲਜ ਇਹੋ ਜਿਹੇ ਨਿਕਲੇ ਜੋ ਐਗਜ਼ਿਸਟ ਹੀ ਨਹੀਂ ਕਰਦੇ ਜੀ। ਸੋ ਉਹਦੇ ਵਿੱਚ ਜਿਹੜੇ ਵੀ ਅਧਿਕਾਰੀ ਦੋਸ਼ੀ ਪਾਏ ਗਏ ਉਹਨਾਂ ਨੂੰ ਸਾਨੂੰ ਡਿਸਮਿਸ ਕਰਨਾ ਪਿਆ ਔਰ ਸਖਤ ਸਜ਼ਾ ਦੇਣੀ ਪਈ ਤਾਂ ਕਿ ਉਹ ਅੱਗੇ ਤੋਂ ਵੀ ਇਹੋ ਜਿਹਾ ਨਾ ਕਰਨ। ਔਰ ਕਰਨਾ ਤਾਂ ਪਿਆ ਕਿਉਂਕਿ ਉਹ ਬੱਚੇ ਜਿਹੜੇ ਸਿੱਖਿਆ ਤੋਂ ਵਾਂਝੇ ਰਹਿ ਗਏ, ਉਸ ਤੋਂ ਬਾਅਦ ਉਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ, ਉਹ ਸਾਡੇ ਗਰੀਬ ਘਰਾਂ ਦੇ ਬੱਚੇ ਸੀ, ਉਹਨਾਂ ਲਈ ਹੋਰ ਕੋਈ ਸਹੂਲਤ ਹੀ ਨਹੀਂ ਸੀ ਪੜ੍ਹਨ ਦੀ। ਸੋ ਇੱਕ ਸਮਾਜਿਕ ਨਿਆਂ ਵਿਭਾਗ ਨੇ ਨਿਆਂ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਮਹਿਲਾਵਾਂ ਦਾ ਜ਼ਿਕਰ, ਸੁਰੱਖਿਆ ਦਾ ਜ਼ਿਕਰ ਹੈ, ਇੱਕ ਬਹੁਤ ਭੱਖ ਦਾ ਮੁੱਦਾ ਅੱਜ ਕੱਲ੍ਹ ਮਨੀਸ਼ਾ ਗੁਲਾਟੀ ਹੋਰੀ ਚੇਅਰਪਰਸਨ ਨੇ ਇਸ ਵੇਲੇ, ਪਰ ਹੁਣ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਦਿੱਤੀ ਜਾ ਰਹੀ। ਇੱਕ ਕਿਸਮ ਦੇ ਨਾਲ ਅਗਰ ਆਪਾਂ ਵਰਤੀਏ ਸ਼ਬਦ ਕਿ ਜਬਰੀ ਹਟਾਇਆ ਜਾ ਰਿਹਾ, ਉਹ ਵੀ ਗਲਤ ਨਹੀਂ ਹੋਏਗਾ। ਤੁਸੀਂ ਇਸ ਤੋਂ ਕੀ ਸਮਝਦੇ ਹੋ ਕਿ ਜਿਸ ਕਿਸਮ ਦੇ ਨਾਲ, ਕਿਉਂਕਿ ਉਹ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਲੇਡੀਜ਼ ਨੇ, ਜਦੋਂ ਮੈਂ ਆਫ ਡਿਊਟੀ ਵੀ ਸੀਗੀ ਉਦੋਂ ਮੈਨੂੰ ਬਹੁਤ ਸਾਰੇ WhatsApp ਆਏ, ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਮੈਂ ਸਿਰਫ ਮਹਿਲਾਵਾਂ ਲਈ ਕੰਮ ਕਰਨਾ ਚਾਹੁੰਦੀ ਹਾਂ ਔਰ ਉਹਨਾਂ ਦਾ ਮੇਰੇ ਤੇ ਬਹੁਤ ਵਿਸ਼ਵਾਸ ਹੈ ਤੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਕਾਰਨ ਕੀ ਹੈ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿਉਂਕਿ ਹੁਣ ਤੱਕ ਨਹੀਂ ਸਾਹਮਣੇ ਆਇਆ। ਹਾਂ ਬਿਲਕੁਲ ਜੀ, ਮੈਂ ਜੇ ਕੋਈ ਮਹਿਲਾ ਕਿਸੇ ਲਈ ਕੰਮ ਕਰਦੀ ਹੈ
ਮੈਂ ਆਪਣੀ ਐਗਜ਼ਾਮਪਲ ਦੇ ਦੇਵਾਂ। ਮੈਨੂੰ 5 ਸਾਲ ਲਈ ਸਰਕਾਰ ਨੇ ਚੁਣਿਆ ਜੀ। ਮੈਂ ਵੀ ਮਹਿਲਾਵਾਂ ਲਈ ਕੰਮ ਕਰਾਂਗੀ। ਉਸ ਤੋਂ ਬਾਅਦ ਜੇ ਲੋਕ ਮੈਨੂੰ ਨਹੀਂ ਚੁਣਦੇ ਤਾਂ ਮੈਂ ਇਹ ਨਹੀਂ ਕਹਾਂਗੀ ਕਿ ਮੇਰੇ ਨਾਲ ਕੋਈ ਧੱਕਾ ਹੋ ਗਿਆ, ਕਿਉਂਕਿ ਜੋ ਰੂਲਸ ਰੈਗੂਲੇਸ਼ਨ ਨੇ ਕੰਮ ਆਪਾਂ ਨੂੰ ਉਸੇ ਹਿਸਾਬ ਨਾਲ ਕਰਨਾ ਪੈਂਦਾ। ਹੁਣ ਐਜ਼ ਅ ਡਾਕਟਰ ਮੈਂ ਪੇਸ਼ੈਂਟ ਦੇਖਦੀ ਸੀ, ਮੈਂ ਰਿਟਾਇਰ ਹੋ ਗਈ। ਉਸ ਤੋਂ ਬਾਅਦ ਜੇ ਮੈਂ ਕਹਾਂਗੀ ਕਿ ਮੇਰੇ ਨਾਲ ਧੱਕਾ ਹੋ ਗਿਆ ਤੇ ਇਸ ਨੂੰ ਧੱਕਾ ਨਹੀਂ। ਸੋ ਜੋ ਉਹਨਾਂ ਦਾ ਟੈਨਿਓਰ ਸੀ, ਟੈਨਿਓਰ ਖਤਮ ਹੋ ਚੁੱਕਾ ਸੀ। ਕੋਈ ਇਸ ਤਰ੍ਹਾਂ ਦੀ ਪਾਲਿਸੀ ਜਾਂ ਰੂਲ ਰੈਗੂਲੇਸ਼ਨ ਨਹੀਂ ਸੀ ਕਿ ਉਹਨੂੰ ਐਕਸਟੈਂਡ ਕਰ ਦਿੱਤਾ ਜਾਵੇ। ਸੋ ਜਦੋਂ ਕੋਈ ਆਪਾਂ ਕਹੀਏ ਵੀ ਕਿਤੇ ਊਣ ਤਾਈਆਂ ਜਾਂ ਗਲਤ ਤਰੀਕੇ ਨਾਲ ਕੁਝ ਹੁੰਦਾ, ਕੁਝ ਸ਼ਿਕਾਇਤਾਂ ਸੀਗੀਆਂ ਉਹਨਾਂ ਤੇ, ਕਿਉਂਕਿ ਉਹ ਕਹਿ ਰਹੇ ਨੇ ਕਿ ਬਹੁਤ ਐਗਜ਼ਾਮਪਲਸ ਦਿੰਦੇ ਨੇ ਪਿਛਲੀਆਂ ਜਿਹੜੀਆਂ ਮਹਿਲਾ ਕਮਿਸ਼ਨ ਦੀਆਂ ਚੇਅਰਪਰਸਨਸ ਰਹੀਆਂ ਨੇ ਕਿ ਉਹਨਾਂ ਦਾ ਹਮੇਸ਼ਾ ਤੋਂ ਇਦਾਂ ਹੁੰਦਾ ਆ ਕਿ ਐਕਸਟੈਂਸ਼ਨ ਮਿਲੀ ਔਰ ਉਹਨਾਂ ਨੇ ਪੂਰਾ ਕੀਤਾ ਸਮਾਂ। ਮੈਂ ਸੀਰੀਅਸਲੀ ਮੇਰੇ ਨਾਲ ਉਹ ਇੱਕ ਵਾਰੀ ਉਹਨਾਂ ਨੇ ਮਿਲ ਕੇ ਕੋਈ ਸ਼ਿਕਾਇਤ ਮੈਨੂੰ ਨਹੀਂ ਦੱਸੀ, ਮਿਲੇ ਵੀ ਨਹੀਂ ਹੈ ਜੀ। ਪਰ ਇਹ ਜੋ ਹੋਇਆ ਉਹਨਾਂ ਦਾ ਟੈਨਿਓਰ ਖਤਮ ਹੋਣ ਕਰਕੇ ਉਹਨਾਂ ਦਾ ਜਾਣਾ ਬਣਦਾ ਸੀਗਾ। ਸੋ ਐਸ ਪਰ ਪਾਲਿਸੀ ਉਹਨਾਂ ਨੂੰ ਟਰਮੀਨੇਟ ਕੀਤਾ। ਅੱਛਾ ਮੈਡਮ, ਤੁਹਾਡੇ ਮਹਿਕਮੇ ਦੀਆਂ ਜਿਹੜਾ ਇੱਕ ਪੈਨਸ਼ਨਸ ਨੂੰ ਲੈ ਕੇ ਮੈਂ ਥੋੜਾ ਜਿਹਾ, ਕਿਉਂਕਿ ਸ਼ੁਰੂ ਤੋਂ ਇਸ ਚੀਜ਼ ਦਾ ਵਿਵਾਦ ਰਿਹਾ ਜਾਂ ਵਿਰੋਧੀ ਪਾਰਟੀਆਂ ਇਸ ਚੀਜ਼ ਨੂੰ ਹਮੇਸ਼ਾ ਹੀ ਲੈ ਕੇ ਆਉਂਦੀਆਂ ਰਹੀਆਂ ਜਦੋਂ ਡਿਊਰਿੰਗ ਸੈਸ਼ਨ ਔਰ ਕੋਈ ਵੀ ਓਕੇਜ਼ਨ ਹੋਵੇ ਕਿ ਪੈਨਸ਼ਨਾਂ ਬਾਰੇ ਸਰਕਾਰਾਂ ਦਾਅਵੇ ਤੇ ਬਹੁਤ ਕਰਦੀਆਂ ਪਰ ਅੱਜ ਤੱਕ ਬੈਕਲੌਗ ਹੀ ਨਹੀਂ ਖਤਮ ਕਰ ਸਕੇ। ਔਰ ਬਜ਼ੁਰਗ ਜੇ ਦੇਖ ਰਹੇ ਨੇ, ਸੁਣ ਰਹੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਜੀ 6 ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ, ਕਿਸੇ ਨੂੰ ਸਾਲ ਤੋਂ ਨਹੀਂ ਮਿਲੀ। ਸੋ ਐਸੀਆਂ ਚੀਜ਼ਾਂ ਇਸ 1 ਸਾਲ ਦੇ ਵਿੱਚ ਤੁਹਾਡੇ ਸਾਹਮਣੇ ਆਈਆਂ ਹੋਣਗੀਆਂ ਔਰ ਕਿਸ ਹੱਦ ਤੱਕ ਤੁਸੀਂ ਉਸ ਨੂੰ ਮਤਲਬ ਮੈਨੇਜ ਕਰ ਪਾਏ ਹੋ ਜਾਂ ਸੌਟ ਆਊਟ ਕਰ ਪਾਏ ਹੋ? ਬਿਲਕੁਲ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਆਈ ਸੀ ਤਾਂ ਉਦੋਂ ਲੱਗਦਾ ਸੀ ਜੀ 2 ਮਹੀਨੇ ਤੋਂ ਪੈਨਸ਼ਨ ਨਹੀਂ ਆਈ ਜੀ, ਉੱਥੇ 3 ਮਹੀਨੇ ਤੋਂ ਨਹੀਂ ਆਈ। ਫਿਰ ਅਸੀਂ ਉਹਨੂੰ ਮਤਲਬ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਰੈਗੂਲੇਟ ਕਰੀਏ, ਉਹਨੂੰ PFMS ਨਾਲ ਜੋੜਿਆ, ਟਰਾਂਸਪੇਰੈਂਸੀ ਲਿਆਂਦੀ। ਹੁਣ ਜੇ ਅੱਜ ਦੀ ਗੱਲ ਕਰਾਂ ਤਾਂ ਜੇ ਹੁਣ ਮਾਰਚ ਚੱਲ ਰਿਹਾ ਤਾਂ ਫਰਵਰੀ ਮਹੀਨੇ ਦੀ ਪੈਨਸ਼ਨ ਹਰ ਇੱਕ ਬਜ਼ੁਰਗ ਦੇ ਘਰ ਪਹੁੰਚ ਚੁੱਕੀ ਹੈ, ਹਰ ਇੱਕ ਲੋੜਵੰਦ ਦੇ ਘਰ ਪਹੁੰਚ ਚੁੱਕੀ ਹੈ। ਸੋ ਇਹੀ ਟੀਚਰ ਹੈ, ਯਾਨੀ ਇਸ ਵੇਲੇ ਕੋਈ ਬੈਕਲੌਗ ਨਹੀਂ ਹੈ ਸਾਡੇ ਕੋਲ। ਅਸੀਂ ਪੂਰਾ ਮਤਲਬ ਅਪ ਟੂ ਡੇਟ ਕੰਮ ਕਰ ਰਹੇ ਹਾਂ। ਗਰਾਊਂਡ ਤੇ ਜੇਕਰ ਅਸੀਂ ਗੱਲ ਕਰਦੇ ਹਾਂ ਇਸ ਡਿਪਾਰਟਮੈਂਟ ਦੀ, ਕਿਸ ਤਰੀਕੇ ਦੀਆਂ ਤੁਸੀਂ ਸਿਚੁਏਸ਼ਨਸ ਦੇਖੀਆਂ ਨੇ? ਖਾਸ ਤੌਰ ਤੇ ਮੈਂ ਜੇਕਰ ਮਹਿਲਾਵਾਂ ਦੀ ਗੱਲ ਕਰਾਂ, ਕਿਉਂਕਿ ਅਗਰ ਆਪਾਂ ਫੋਰ ਐਗਜ਼ਾਮਪਲ ਹੈਲਪਲਾਈਨ ਨੰਬਰ ਲੈ ਲਈਏ ਤਾਂ ਬਹੁਤ ਜ਼ਿਆਦਾ ਉਹ ਇਮੀਡੀਏਟਲੀ ਕੰਮ ਨਹੀਂ ਕਰਦਾ ਹੈਗਾ। ਬਹੁਤ ਸਾਰੀਆਂ ਪ੍ਰੋਬਲਮਸ ਨੇ ਕਿਉਂਕਿ ਇਹਦੇ ਬਹੁਤ ਵਾਰ ਰਿਐਲਿਟੀ ਚੈੱਕ ਵੀ ਹੋ ਚੁੱਕੇ ਨੇ। ਮੈਂ ਐਗਜ਼ਾਮਪਲ ਦੂੰਗੀ, ਹਾਲਾਂਕਿ ਹਰ ਆਪਣੇ ਮੰਤਰੀ ਦਾ ਇੱਕ ਆਪੋ ਆਪਣਾ ਤਰੀਕਾ ਹੈਗਾ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਕਰਨਾ। ਕੁਲਦੀਪ ਧਾਲੀਵਾਲ ਹੋਰੀ NRI ਵਿਭਾਗ ਹੈਗਾ ਉਹਨਾਂ ਦੇ ਕੋਲ, ਉਹਨਾਂ ਨੇ ਪਹਿਲਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ, ਫਿਰ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਲਟੀਮੇਟਮ ਦਿੱਤਾ ਕਿ ਤੁਸੀਂ ਜੇਕਰ ਉਹਨੂੰ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਤਾਂ ਮੈਂ ਗਰਾਊਂਡ ਤੇ ਉਤਰਾਂਗਾ। ਔਰ ਫਿਰ ਉਹ ਗਰਾਊਂਡ ਤੇ ਵੀ ਆਏ, ਆਪਣੇ ਖੁਦ ਜਾ ਕੇ ਉਹਨਾਂ ਨੇ ਸਾਰੇ ਕੰਪਲੇਂਟਸ ਚੈੱਕ ਕਰੇ ਨੇ ਕਿ ਇਸ ਤਰੀਕੇ ਦੇ ਨਾਲ ਵੀ ਮਹਿਲਾਵਾਂ ਸੋਚ ਸਕਦੀਆਂ ਨੇ, ਕਿਉਂਕਿ ਜਦੋਂ ਪਾਣਾ ਵਾਪਰ ਜਾਂਦਾ ਹੈ ਫਿਰ ਅਸੀਂ ਕੁਛ ਬਾਅਦ ਦੇ ਵਿੱਚ ਜੋ ਹੋਊਗਾ ਉਹ ਕਾਨੂੰਨ ਨੇ ਕਰਨਾ। ਪਰ ਪਹਿਲਾਂ ਕੀ ਕਰ ਸਕਦੀਆਂ ਨੇ ਉਹ? ਪਹਿਲਾਂ ਅਜਿਹਾ ਕੋਈ ਭ੍ਰਿਸ਼ਟਾਚਾਰ ਦਾ ਮੈਂ ਜ਼ਿਕਰ ਐਂਟੀ ਜਿਹੜਾ ਕਰਪਸ਼ਨ ਨੰਬਰ ਹੈ CM ਸਾਹਿਬ ਨੇ ਉਹਦੀ ਵੀ ਐਗਜ਼ਾਮਪਲ ਬਹੁਤ ਵਧੀਆ ਹੈ। ਉਹਨਾਂ ਨੇ ਜਾਰੀ ਕੀਤਾ, ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਔਰ ਉਸ ਤੋਂ ਬਾਅਦ ਹੱਲ ਵੀ ਹੋਇਆ ਕਿ ਅਜਿਹਾ ਕੁਝ ਆਪਸ਼ਨ ਮਿਲ ਸਕਦਾ ਉਹਨਾਂ ਲੇਡੀਜ਼ ਨੂੰ ਜਿਹੜੀਆਂ ਰੋਜ਼ ਅਜਿਹੇ ਹਾਲਾਤਾਂ 'ਚੋਂ ਗੁਜ਼ਰਦੀਆਂ ਨੇ, ਜਾਂ ਫਿਰ ਕੋਈ ਵੀ ਉਹਨਾਂ ਦੇ ਨਾਲ ਭਾਣਾ ਵਾਪਰ ਜਾਵੇ ਰਾਤ ਬਰਾਤੇ। ਬਿਲਕੁਲ ਜੀ, ਜੇ ਮੈਂ ਗੱਲ ਕਰਾਂ ਸਾਡੀ ਸਕੀਮ ਦੀ, ਮੈਂ ਸ਼ੁਰੂ 'ਚ ਵੀ ਇਹ ਕਹਿੰਦੀ ਹੁੰਦੀ ਸੀ ਕਿ ਬਹੁਤ ਸਾਰੀਆਂ ਸਕੀਮਸ ਇਹੋ ਜਿਹੀਆਂ ਨੇ ਜੋ ਸਿਰਫ ਕਾਗਜ਼ਾਂ 'ਚ ਨੇ ਔਰ ਜੇ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਦਈਏ, ਭਾਵੇਂ ਉਹ ਸੈਂਟਰ ਗਵਰਨਮੈਂਟ ਦੀਆਂ ਭਾਵੇਂ ਸਾਡੀਆਂ ਨੇ, ਤਾਂ ਉਹ ਬਹੁਤ ਜ਼ਿਆਦਾ ਇੱਕ ਵੱਡੀ ਚੇਂਜ ਆਏਗੀ। ਸੋ ਅਸੀਂ ਕੰਮ ਕੀਤਾ ਸਖੀ ਵਨ ਸਟਾਪ ਸੈਂਟਰ ਤੇ। ਸਖੀ ਵਨ ਸਟਾਪ ਸੈਂਟਰ ਇੱਕ ਇਹੋ ਜਿਹਾ ਸੈਂਟਰ ਹੈ ਜੋ ਹਰ ਜ਼ਿਲ੍ਹੇ 'ਚ ਬਣਾਇਆ ਗਿਆ। 1-2 ਜ਼ਿਲ੍ਹੇ ਰਹਿ ਗਏ ਜਿੱਥੇ ਇਹ ਬਿਲਡਿੰਗ ਦੀ ਕਮੀ ਹੈ, ਉਹ ਵੀ ਅਸੀਂ ਕਰ ਲਵਾਂਗੇ। ਸੋ ਉਹਦੇ ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਗਿਆ ਔਰ ਉਹਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਅਸੀਂ ਮਹਿਲਾਵਾਂ ਆਉਂਦੀਆਂ, ਇੱਕ ਤਾਂ ਬਹੁਤ ਵੱਡੀ ਕਮੀ ਮੈਨੂੰ ਲੱਗਦੀ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਖੀ ਸੈਂਟਰ ਕੀ ਹੈ, ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਪਿੰਡਾਂ ਤੱਕ ਵੀ ਪਹੁੰਚਾਈਏ। ਹਾਲੇ ਵੀ ਮੈਂ ਕਹਾਂਗੀ ਕਿ ਕੰਮ ਥੋੜਾ ਹੈ, ਸਾਨੂੰ ਹੋਰ ਕਰਨਾ ਪੈਣਾ ਕਿ ਪਿੰਡਾਂ ਤੱਕ ਪਹੁੰਚਾਈਏ ਕਿ ਜੇ ਕਿਸੇ ਨੂੰ ਕੋਈ ਅਤਿਆਚਾਰ ਦਾ ਸ਼ਿਕਾਰ ਹੋ ਗਈ ਮਹਿਲਾ ਤਾਂ ਉਹਨੇ ਜਾਣਾ ਕਿੱਥੇ ਆ, ਬਸ ਇੰਨਾ ਹੀ ਪਤਾ ਹੋਵੇ ਉਹਨੇ ਜਾਣਾ ਕਿੱਥੇ ਆ। ਵੀ ਸਖੀ ਸੈਂਟਰ, ਵਨ ਸਟਾਪ ਸੈਂਟਰ ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਹੈ, ਸਖੀ ਸੈਂਟਰ ਕੀ ਹੈ, ਸਖੀ ਸੈਂਟਰ ਕੀ ਹੈ। ਸੋ ਥੋੜਾ ਜਿਹਾ ਅਸੀਂ ਉਹ ਐਡਵਰਟਾਈਜ਼ਮੈਂਟ ਵੱਲ ਵੀ ਵਧੇ। ਸੋ ਇਸ ਤੋਂ ਅੱਗੇ ਜੋ ਅਸੀਂ ਕਰਨਾ ਚਾਹੁੰਦੇ ਆ ਕਿ ਜਿਹੜਾ ਸਖੀ ਵਨ ਸਟਾਪ ਸੈਂਟਰ ਹੈ ਉਹ ਇੱਕ ਮਹਿਲਾ ਥਾਣਾ ਵਾਂਗੂ ਲੱਗੇ, ਕਿ ਔਰਤ ਨੂੰ ਲੱਗੇ ਵੀ ਕੋਈ ਵੀ ਤਕਲੀਫ ਹੈ ਥਾਣਿਆਂ 'ਚ ਨਾ ਜਾਵੇ ਜੀ, ਸਖੀ ਵਨ ਸਟਾਪ ਸੈਂਟਰ ਜਾਵੇ, ਇਹੀ ਉਹਦਾ ਥਾਣਾ। ਸੋ ਕੰਮ ਕਰ ਰਹੇ ਆ ਪਰ ਇਸ ਨੂੰ ਹੋਰ ਮਜ਼ਬੂਤੀ ਨਾਲ ਕਰਾਂਗੇ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਇਹ ਡਿਪਾਰਟਮੈਂਟ ਜਾ ਕੇ ਜੁੜ ਜਾਂਦਾ ਗਵਰਨੈਂਸ ਰਿਫਾਰਮਸ ਦੇ ਨਾਲ ਅਲਟੀਮੇਟਲੀ, ਕਿ ਤੁਸੀਂ ਜਿਵੇਂ ਕਹਿੰਦੇ ਪਹਿਲਾਂ
ਆਨਲਾਈਨ ਹੁੰਦਾ ਸੀ ਕੰਮ, ਹੁਣ ਆਫਲਾਈਨ ਹੋ ਗਿਆ। ਆਫਲਾਈਨ ਦਾ ਮਤਲਬ ਇਹ ਵੀ ਸਮਝਿਆ ਜਾਂਦਾ ਹੈ ਕਿ ਤੁਸੀਂ ਲਾਈਨ 'ਚ ਨਾ ਤੁਹਾਨੂੰ ਖੜਨਾ ਪਵੇ, ਹੈ ਨਾ, ਕਿ ਤੁਸੀਂ ਆਨਲਾਈਨ ਇਨਲਾਈਨ, ਜੇ ਆਪਾਂ ਕਹੀਏ ਇਨਲਾਈਨ ਤੋਂ ਆਨਲਾਈਨ ਕਰ ਦਿਓ। ਸੋ ਇਹ ਬਹੁਤ ਜੇ ਕਿਸੇ ਨੇ ਲੇਡੀਜ਼ ਨੇ ਕੋਈ ਆਪਣਾ ਕੰਮ ਕਰਾਉਣ ਜਾਣਾ ਤਾਂ ਉਹਦੇ ਲਈ ਬਹੁਤ ਵੱਡੀ ਖੱਜਲ ਖੁਆਰੀ ਹੋ ਜਾਂਦੀ ਹੈ। ਸਰਕਾਰੀ ਦਫ਼ਤਰਾਂ ਦੀ ਪਿਕਚਰ ਹੀ ਇੱਕ ਤਸਵੀਰ ਐਸੀ ਲੋਕਾਂ ਦੇ ਮਨਾਂ 'ਚ ਛਪੀ ਹੋਈ ਹੈ ਕਿ ਅਸੀਂ ਡਰਦੇ ਨਹੀਂ ਜਾਂਦੇ ਕਿ ਉੱਥੇ ਸਾਨੂੰ ਕਿਸ ਤਰੀਕੇ ਨਾਲ ਅਸਿਸਟ ਕੀਤਾ ਜਾਏਗਾ, ਕਿਵੇਂ ਸਾਨੂੰ ਟਰੀਟ ਕੀਤਾ ਜਾਏਗਾ। ਸੋ ਇਹ ਚੈਲੰਜ ਹੈ ਨੇ ਸਭ। ਇਹ ਬਿਲਕੁਲ ਚੈਲੰਜ ਹੈ, ਔਰ ਇਹਦੇ 'ਚ ਮੈਨੂੰ ਲੱਗਦਾ ਜੈਂਡਰ ਬਜਟ ਵੀ ਕਾਫੀ ਕੰਮ ਕਰੇਗਾ। ਔਰ ਇਹਦੇ ਵਿੱਚ ਜੋ ਧੱਕੇਸ਼ਾਹੀ ਕਹਿ ਦਿੰਦੇ ਕਿ ਮਹਿਲਾਵਾਂ ਨੂੰ ਡਰਦੀਆਂ ਨਹੀਂ ਜਾਂਦੀਆਂ, ਘਰੋਂ ਬਾਹਰ ਨਿਕਲਦੀਆਂ ਨਹੀਂ ਵੀ ਕਿੱਥੇ ਜਾਵਾਂਗੀ। ਸੋ ਕਿੱਥੇ ਜਾਵਾਂਗੀ ਵਾਲਾ ਕੁਐਸਚਨ ਜਿਹੜਾ ਇਹ ਕਾਫੀ ਹੱਦ ਤੱਕ ਆਪਾਂ ਖਤਮ ਕਰਾਂਗੇ ਜੇ ਸਖੀ ਸੈਂਟਰ ਹੈ ਤੁਹਾਡੇ ਲਈ। ਤੁਸੀਂ ਉੱਥੇ ਅਸੀਂ ਕਹਿ ਲਓ ਕਿ ਅਲੱਗ-ਅਲੱਗ ਡਿਪਾਰਟਮੈਂਟਸ, ਪੁਲਿਸ ਡਿਪਾਰਟਮੈਂਟ, ਐਡਵੋਕੇਟਸ, ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ 18 ਤਰ੍ਹਾਂ ਦੇ ਅਧਿਕਾਰੀ ਉੱਥੇ ਨਿਯੁਕਤ ਕੀਤੇ ਨੇ। ਸੋ ਉਹਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਔਰ ਕਰ ਰਹੇ। ਇਹ ਚੱਲ ਰਹੇ ਹੈ ਸ਼ੁਰੂ? ਇਹ ਚੱਲ ਰਹੇ ਆਲਰੇਡੀ ਚੱਲ ਰਹੇ ਇਸ ਵੇਲੇ ਵੀ ਚੱਲ ਰਹੇ। ਜ਼ਿਆਦਾਤਰ ਇਹ ਹਸਪਤਾਲਾਂ ਵਿੱਚ ਬਣੇ ਹੋਏ, ਜ਼ਿਲ੍ਹਾ ਹਸਪਤਾਲਾਂ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਔਰ ਮੈਂ ਇਸੇ ਤੇ ਕੋਈ FIR ਕਰਨੀ ਹੈ, ਜੇ ਮੈਂ ਦੂਜੇ ਸ਼ਬਦਾਂ 'ਚ ਪੁੱਛਾਂ ਕਿ ਕਿਸੇ ਤੇ ਕੇਸ ਦਰਜ ਕਰਾਉਣਾ, ਤੁਸੀਂ ਸਖੀ ਸੈਂਟਰ 'ਚ ਕਰਾ ਸਕਦੇ ਹੋ। ਸਖੀ ਸੈਂਟਰ ਬਿਲਕੁਲ। ਔਰ ਅਗਰ ਕੋਈ ਮਹਿਲਾ ਨੇ ਜਾਣਾ, ਮਹਿਲਾ ਲਈ ਸਪੈਸ਼ਲੀ ਜਿਹੜਾ ਸਖੀ ਸੈਂਟਰ ਹੈ ਵੀ ਉਹ ਉੱਥੇ ਜਾਵੇ, ਕਿਸੇ ਵੀ ਤਰ੍ਹਾਂ ਦੀ ਕੋਈ ਮਹਿਕਮੇ ਦੇ ਨਾਲ, ਵੀ ਉਹਨੂੰ ਥਾਣਿਆਂ 'ਚ ਨਾ ਜਾਣਾ ਪਵੇ। ਇਸੇ ਲਈ ਅਸੀਂ ਸਖੀ ਸੈਂਟਰ ਨੂੰ ਮਜ਼ਬੂਤ ਕਰ ਰਹੇ ਹਾਂ, ਕਿਉਂਕਿ ਇਹਦੇ ਨਾਲ ਹੀ ਮੈਡਮ ਜੁੜਦਾ ਇਸ਼ੂ ਹੈ। ਚਲੋ ਮਹਿਕਮੇ ਦੇ ਤਾਂ ਜਿਹੜੇ ਇਸ਼ੂਜ਼ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਬੀਂਗੇ ਮਤਲਬ ਕੈਬਨਿਟ ਮਿਨਿਸਟਰ, ਬੀਂਗੇ ਵਿਮਨ, ਤੁਸੀਂ ਕੈਬਨਿਟ ਦਾ ਹਿੱਸਾ ਹੋ, ਔਰ ਮਹਿਕਮਾ ਤੁਹਾਡਾ ਸਮਾਜਿਕ ਸੁਰੱਖਿਆ ਹੈ। ਬੇਸ਼ੱਕ ਸਮਾਜਿਕ ਸੁਰੱਖਿਆ ਨੂੰ ਵਰਡ ਇੱਕ ਵੱਖਰੇ ਤਰੀਕੇ ਨਾਲ, ਇੱਕ ਸਾਡੀ ਆਪਣੀ ਸਿਕਿਉਰਿਟੀ ਜਿਹੜੀ ਹਰ ਬੰਦਾ, ਕਿਉਂਕਿ ਸਰਕਾਰ ਤੋਂ ਅਸੀਂ 2-3 ਚੀਜ਼ਾਂ ਐਕਸਪੈਕਟ ਕਰਦੇ ਹਾਂ ਜੇ ਟੈਕਸ ਦਿੰਦੇ ਹਾਂ, ਇੱਕ ਐਜੂਕੇਸ਼ਨ, ਇੱਕ ਹੈਲਥ, ਔਰ ਇੱਕ ਸੁਰੱਖਿਆ ਜਿਹੜੀ ਹੈ। ਸੋ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਸਰਕਾਰ ਤੇ ਉੱਠੇ ਨੇ। ਬੀਇੰਗ ਏ ਕੈਬਨਿਟ ਮਿਨਿਸਟਰ, ਬੀਇੰਗ ਏ ਵਿਮਨ, ਤੁਸੀਂ ਇਹਨਾਂ ਇਸ਼ੂਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਜਿਹੜੇ ਬੰਦੇ ਹੁੰਦੇ ਆ ਮੇਲ, ਉਹ ਤੇ ਬਹੁਤ ਚੀਜ਼ਾਂ ਨੂੰ ਨੇੜਿਓਂ ਦੇਖਦੇ ਆ, ਪਰਖਦੇ ਆ, ਪਰ ਜਿਹੜੀ ਮਹਿਲਾ ਘਰੇ ਬੈਠੀ ਹੈ ਉਹਨਾਂ ਨੂੰ ਘਰੇ ਬੈਠਿਆਂ ਨੂੰ ਇੱਕ ਖੌਫ ਦੇ ਵਿੱਚੋਂ ਲੰਘਣਾ ਪੈਂਦਾ। ਬਹੁਤ ਸਾਰੀਆਂ, ਗੁਰਜੋਤ ਮੇਰੇ ਨਾਲ ਐਗਰੀ ਕਰਨਗੇ, ਅਸੀਂ ਸਟੋਰੀਜ਼ ਸਾਡੇ ਕੋਲ ਆਉਂਦੀਆਂ, ਲੇਡੀਜ਼ ਘਰੇ ਬੈਠੀਆਂ ਨੇ, ਕੋਈ ਬਾਲੀ ਪੱਟ ਕੇ ਲੈ ਗਿਆ, ਕੋਈ ਚੈਨੀ ਪੱਟ ਕੇ ਲੈ ਗਿਆ। ਇਨਫੈਕਟ ਅੱਜ ਦੀ ਘਟਨਾ ਹੈ, ਹਰ ਰੋਜ਼ ਹੀ ਆਉਂਦੀਆਂ, ਕੋਈ ਵੀ ਦਿਨ ਐਸਾ ਨਹੀਂ ਜਿਹਦੇ ਵਾਇਰਲ ਵੀਡੀਓ ਨਹੀਂ ਆਉਂਦੇ। ਸੋ ਉਹ ਕਿਤੇ ਨਾ ਕਿਤੇ ਜ਼ਿਆਦਾ ਇਨਸਿਕਿਉਰਿਟੀ ਪੈਦਾ ਕਰਦੀ, ਔਰ ਜ਼ਿਆਦਾ ਗਹਿਣੇ ਵੀ ਜਿਹੜੇ ਨੇ ਉਹ ਲੇਡੀਜ਼ ਹੀ ਪਾਉਂਦੀਆਂ ਨੇ, ਕੰਨਾਂ ਦੀਆਂ ਵਾਲੀਆਂ ਹੋ ਗਈਆਂ। ਤੁਹਾਨੂੰ ਵੀ ਬਹੁਤ ਕਹਿੰਦੇ ਡਰ ਲੱਗਦਾ ਚੈਨੀ ਕੋਈ ਪੱਟ ਕੇ ਨਾ ਲੈ ਜੇ। ਬੇਸ਼ੱਕ ਇਹ ਇੱਕ ਸਮਾਜਿਕ ਪ੍ਰੋਬਲਮ ਹੈਗੀ ਹੈ, ਇਹ ਕੋਈ, ਪਰ ਜ਼ਿੰਮੇਵਾਰੀ ਸਰਕਾਰਾਂ ਦੀ ਹੈ। ਔਰ ਇਹ ਸਭ ਕੁਝ ਹੁਣ ਦਾ ਨਹੀਂ, ਇਹ ਬਹੁਤ ਪਹਿਲਾਂ ਦਾ, ਕਿਤੇ ਬਹੁਤ ਲੁਕਿਆ ਛਿਪਿਆ, ਜੋ ਕਿਤੇ ਬਹੁਤੀਆਂ ਘਟਨਾਵਾਂ ਸਾਡੇ ਸਾਹਮਣੇ ਵੀ ਨਹੀਂ ਆਉਂਦੀਆਂ, ਦਬੀਆਂ ਹੀ ਰਹਿ ਜਾਂਦੀਆਂ ਨੇ। ਔਰ ਹੁਣ ਦਿਆਂ ਨਹੀਂ, ਪਤਾ ਨਹੀਂ ਕਿੰਨੇ ਹੀ ਸਾਲਾਂ ਤੋਂ ਕਹਿ ਲਓ ਵੀ ਚੱਲੀਆਂ ਆ ਰਹੀਆਂ ਨੇ ਕਿ ਔਰਤਾਂ ਦੇ ਵੱਲ ਵਿਸ਼ੇਸ਼ ਇਹ ਧੱਕੇਸ਼ਾਹੀ ਜਿਹੜੀ ਹੁੰਦੀ ਰਹੀ ਹੈ। ਸੋ ਉਹਦੇ ਲਈ ਮੈਂ ਉਹੀ ਕਹਿੰਦੀ ਹੁੰਦੀ ਹਾਂ ਕਿ ਕੁਝ ਟੈਕਨੀਕਲ ਗੱਲਾਂ ਔਰ ਕੁਝ ਸਾਈਕੋਲੋਜੀਕਲ ਗੱਲਾਂ। ਟੈਕਨੀਕਲੀ ਤੁਸੀਂ ਕਿਵੇਂ ਔਰਤਾਂ ਨੂੰ ਪੁਲਿਸ ਦੀ ਸਪੋਰਟ ਕਿਵੇਂ ਜ਼ਿਆਦਾ ਅੱਛੀ ਤਰ੍ਹਾਂ ਮੁਹੱਈਆ ਕਰਾ ਸਕਦੇ ਹੋ, ਜਾਂ ਅਸੀਂ ਕਹਿ ਲਈਏ ਕਿ ਔਰਤਾਂ ਤਾਂ ਹਨੇਰੇ 'ਚ ਜਾਣ ਤੋਂ ਵੀ ਡਰਦੀਆਂ, ਹਲੇ ਇੰਨੀ ਸਿਕਿਉਰਿਟੀ ਨਹੀਂ ਹੈ ਕਿ ਉਹ ਕਿਸੇ ਰਾਤ ਨੂੰ ਇਕੱਲੀਆਂ ਜਾ ਸਕਣ। ਸੋ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਾਈਕੋਲੋਜੀ ਵੀ ਲੋਕਾਂ ਦੀ ਚੇਂਜ ਕਰਨੀ ਪੈਣੀ ਹੈ। ਸੋ ਉਹਦੇ ਵਿੱਚ ਕੀ ਹੈ ਕਿ ਅਸੀਂ ਕੀ ਕਰਾਂਗੇ ਕਿ ਚਲੋ ਜੀ ਅਸੀਂ CCTV ਕੈਮਰਾਸ ਲਗਾ ਦਿੱਤੇ, ਕੁਛ ਹੁੰਦਾ ਤਾਂ ਸਾਨੂੰ ਪਤਾ ਲੱਗੇ, ਅਸੀਂ ਪੁਲਿਸ ਇਨਫੋਰਸਮੈਂਟ ਨੂੰ ਸਟਰੋਂਗ ਕਰ ਦਿੱਤਾ। ਸੋ ਉਹ ਚੀਜ਼ਾਂ ਇੱਕ ਅਲੱਗ ਤੋਂ ਚੱਲਦੀਆਂ ਨੇ। ਦੂਜੀ ਗੱਲ ਸਾਈਕੋਲੋਜੀਕਲੀ ਜੋ ਮੈਂ ਸੋਚਦੀ ਹਾਂ ਕਿ ਔਰਤਾਂ ਨੂੰ ਵੈਸੇ ਹੀ ਕਹਿ ਲਓ ਕਿ ਸਾਈਕੋਲੋਜੀਕਲੀ ਉਹਨਾਂ ਨੂੰ ਖੌਫ ਜ਼ਿਆਦਾ ਮਹਿਸੂਸ ਹੁੰਦਾ। ਜੇ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਗੱਲ ਕਰ ਲਓ ਜੀ, 12,700 ਪੰਚਾਇਤਾਂ ਤੇ 5600 ਜਿਹੜੀਆਂ ਮਹਿਲਾਵਾਂ ਨੇ ਸਰਪੰਚ ਜੀ। 5600 ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ 90% 5000 ਮਹਿਲਾਵਾਂ ਇਹੋ ਜੀਆਂ ਜਿਹੜੀਆਂ ਖੁਦ ਜਾ ਕੇ ਫੈਸਲੇ ਨਹੀਂ ਲੈਂਦੀਆਂ। ਉਹਨਾਂ ਦੇ ਹਸਬੈਂਡ ਬਹੁਤ ਪੁਰਾਣਾ ਇਸ਼ੂ ਹੈ, ਹਲੇ ਤੱਕ ਅਸੀਂ ਉੱਥੋਂ ਤੱਕ ਵੀ ਨਹੀਂ ਪਹੁੰਚ ਪਾਏ, ਜਾਂ ਉਹਨਾਂ ਦੇ ਬੇਟੇ ਜਾਂਦੇ ਆ ਜਾਂ ਸਹੁਰਾ ਸਾਹਿਬ ਚਲੇ ਗਏ। ਸੋ ਉਹ ਪਹਿਲਾਂ ਤਾਂ ਉਹਨਾਂ ਦਾ ਸਾਈਕੋਲੋਜੀਕਲੀ ਉਹਨਾਂ ਨੂੰ ਅਪਗ੍ਰੇਡ ਕਰਨਾ ਪੈਣਾ ਕਿ ਹਾਂ ਤੇਰੇ ਵਿੱਚ ਇਹ ਪਾਵਰ ਹੈ ਕਿ ਤੂੰ ਕਿਤੇ ਵੀ ਜਾ ਕੇ ਖੜ ਕੇ ਆਪਣਾ ਫੈਸਲਾ ਲੈ ਸਕਦੀ ਆ। ਸੋ ਉਹ ਫੀਅਰ ਜੇ ਨਿਕਲ ਗਿਆ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਉਹਨੂੰ ਇਹ ਵੀ ਪਤਾ ਲੱਗ ਜੂਗਾ ਕਿ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਇਮੀਡੀਏਟਲੀ ਕੀ ਕਰਨਾ। ਸੋ ਇਹ ਦੋਨੇ ਚੀਜ਼ਾਂ ਪੈਰਲਲ ਚਲਾਉਣੀਆਂ ਪੈਣੀਆਂ ਨੇ।
ਆਪਾਂ ਕਹਿ ਲਈਏ ਕਿ ਹੋਮ ਡਿਪਾਰਟਮੈਂਟ ਤੇ ਵੂਮਨ ਐਂਡ ਚਾਈਲਡ ਜੀ ਡਿਪਾਰਟਮੈਂਟ ਦੋਨਾਂ ਨੂੰ ਡਿਪਾਰਟਮੈਂਟ ਤੇ ਇੱਕ ਦੂਸਰੇ ਨਾਲ ਕੰਸਰਨਡ ਹੁੰਦੇ ਆ Concerned ਜਿਹੜਾ ਹੁੰਦੇ ਆ। ਮਰਜ਼ੀ ਹੋਵੇ ਇਹ ਨਹੀਂ ਕਿ ਤੁਸੀਂ ਇਹ ਡਿਪਾਰਟਮੈਂਟ ਹੈ ਤਾਂ ਤੁਸੀਂ ਦੂਸਰੇ ਡਿਪਾਰਟਮੈਂਟ ਨੇ ਨਾਲ ਰਾਬਤਾ ਤੇ ਹੁੰਦਾ ਹੀ ਹੈ। ਬਿਲਕੁਲ ਬਿਲਕੁਲ ਤਾਂ ਇਸ ਨੂੰ ਹੋਰ ਸਟਰੋਂਗ ਕਰਨਾ ਪੈਣਾ ਬਹੁਤ ਜ਼ਿਆਦਾ। ਬਿਲਕੁਲ ਇੱਕ ਲਾਈਟਰ ਮੋਡ ਤੇ ਕੁਐਸਚਨ ਹੈ। ਪਿਛਲੀ ਵਾਰ ਤੁਸੀਂ ਆਏ ਸੀਗੇ ਤਾਂ ਉਸ ਵੇਲੇ ਤੁਸੀਂ ਕਿਹਾ ਸੀਗਾ ਕਿ ਮੇਰਾ ਜਿਹੜਾ ਪ੍ਰੋਫੈਸ਼ਨ ਹੈ ਅੱਖਾਂ ਦਾ ਇਲਾਜ ਕਰਨਾ, ਸਪੈਸ਼ਲਿਸਟ ਹੋ ਤੁਸੀਂ, ਤਾਂ ਮੈਂ ਉਹ ਛੱਡਾਂਗੀ ਨਹੀਂ ਭਾਵੇਂ ਘੱਟ ਹੋ ਜੇ। 1 ਸਾਲ ਦੇ ਦੌਰਾਨ ਹੋਰ ਸਾਰੀਆਂ ਕੰਮਕਾਰਾਂ ਦੇ ਨਾਲ ਇਸ ਪ੍ਰੋਫੈਸ਼ਨ ਨੂੰ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਦਿਨ ਦੇਖਿਆ ਰੱਖਿਆ? ਕਿ ਵਧਿਆ ਹੈ, ਘਟਿਆ ਹੈ ਜਾਂ ਫਿਰ ਓਨਾ ਹੀ ਰਿਹਾ ਹੈ? ਬਿਲਕੁਲ ਬਿਲਕੁਲ ਵਾਕਈ ਬਹੁਤ ਹੈਕਟਿਕ ਲਾਈਫ ਤਾਂ ਹੈ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਦੀ ਹਾਂ ਕਿ 15 ਕੁ ਦਿਨਾਂ ਬਾਅਦ ਜਾ ਕੇ, ਜਿੱਥੇ ਮੈਂ ਇੱਕ ਚੈਰੀਟੇਬਲ ਹਸਪੀਟਲ ਚਲਾ ਰਹੀ ਹਾਂ, ਵੀ ਉੱਥੇ ਜਿਹੜੇ ਪੇਸ਼ੈਂਟ ਮੇਰੇ ਹੀ ਸਹਾਰੇ ਬੈਠੇ, ਜਿਹੜੇ ਵੇਟ ਕਰਦੇ ਰਹਿੰਦੇ ਵੀ ਇਹੀ ਕਰੂੰਗੀ, ਤਾਂ ਮੈਂ ਘਰੇ ਆਉਣੀ ਆ ਸਰਜਰੀ। ਔਰ ਪਿੱਛੇ ਜੇ ਮੈਂ 2 ਇਹੋ ਜਿਹੇ ਕਾਫੀ ਕਹਿ ਲਓ ਕਿ ਰੁਲੇ ਹੋਏ ਮਰੀਜ਼ ਸੀਗੇ, ਸ਼ਾਇਦ ਬਿਹਾਰ ਦੇ ਸੀ, ਦੋਨੋਂ ਹਸਬੈਂਡ ਵਾਈਫ ਬਲਾਈਂਡ, ਤਾਂ ਉਹਨਾਂ ਦਾ ਪੈਸੇ ਕਰਕੇ ਨਹੀਂ ਕਰਾ ਸਕੇ ਹੁਣੇ, ਉਹਨਾਂ ਦੀ ਸਰਜਰੀ ਕੀਤੀ, ਉਹਨਾਂ ਦੀ ਵਿਜ਼ਨ ਆਈ, ਔਰ ਮੈਨੂੰ ਲੱਗਦਾ ਕਿ ਇੰਨੀ ਸੈਟੀਸਫੈਕਸ਼ਨ ਹੋਈ ਮੈਨੂੰ ਕਿ ਤਾਂ ਮੈਨੂੰ ਲੱਗਦਾ ਕਿ ਪ੍ਰੋਫੈਸ਼ਨ ਵੀ ਕੰਟੀਨਿਊ ਕਰਦੇ ਰਹਿਣਾ ਚਾਹੀਦਾ ਜੋ ਤੁਹਾਨੂੰ ਸਿੱਖਣ ਦਾ ਤੁਹਾਡੀ ਮੌਕਾ ਅਪੀਲ ਮਿਲਿਆ। ਵੀ ਸੇਵਾ ਭਾਵਨਾ ਵਾਲੀ ਹੈ ਨਾ। ਜਦੋਂ ਚੁਣਾਵੀ ਦੌਰਾਨ ਸੀ ਉਦੋਂ ਵੀ ਤੁਸੀਂ ਜਦੋਂ ਮਤਲਬ ਇੰਟਰੈਕਸ਼ਨ ਕਰਦੇ ਸੀਗੇ ਉਸ ਵੇਲੇ ਵੀ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਸ਼ਾਇਦ ਮਾਨ ਸਾਹਿਬ ਨੇ ਮੈਨੂੰ ਇਸੇ ਲਈ ਚੁਣਿਆ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ, ਔਰ ਕਿਸੇ ਵੀ ਫੀਲਡ 'ਚ ਚਲੇ ਜਾਓ, ਜੇ ਲੋਕ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਦੀਆਂ ਐਕਸਪੈਕਟੇਸ਼ਨਸ ਤੇ ਪੂਰਾ ਉਤਰਨਾ ਚਾਹੀਦਾ। ਇੱਕ ਚੀਜ਼ ਹੋਰ ਮੈਂ ਜ਼ਿਕਰ ਕਰਾਂਗੀ, ਮੈਂ ਸੁਣ ਰਹੀ ਸੀ ਉਸ ਵੇਲੇ ਦਾ, ਤਾਂ ਤੁਸੀਂ ਕਿਹਾ ਸੀ ਕਿ ਸਿਆਸੀ ਰੰਗ ਮੇਰੇ ਤੇ ਕਦੇ ਨਹੀਂ ਚੜੇਗਾ, ਭਾਵੇਂ ਮੈਂ ਜਿਹੜੇ ਮਰਜ਼ੀ ਮੁਕਾਮ ਤੇ ਪਹੁੰਚ ਜਾਵਾਂ। ਤਜਰਬਾ ਨਹੀਂ ਸੀ ਤੁਹਾਨੂੰ ਜਿਸ ਵੇਲੇ ਤੁਸੀਂ ਪਾਰਟੀ 'ਚ ਆਏ ਹੋ, ਇਸ ਵੇਲੇ ਬਹੁਤ ਵੱਡਾ ਅਹੁਦਾ ਹੈ, ਕੰਮ ਵੀ ਬਹੁਤ ਵਧੀਆ ਚੱਲ ਰਿਹਾ, ਕੀ ਕਹੋਗੇ? ਅੱਜ ਵੀ ਉਹ ਪ੍ਰੈਕਟੀਕਲ ਹੈ? ਕਿਉਂਕਿ ਅਸੀਂ ਮੈਂ ਇਹਦੇ ਨਾਲ ਥੋੜਾ ਜਿਹਾ ਐਡ ਕਰਨਾ ਚਾਹੂੰਗਾ ਕਿ ਅਸੀਂ ਪਿਛਲੇ ਦਿਨਾਂ 'ਚ ਵਿਧਾਨ ਸਭਾ 'ਚ ਸੁਣਦੇ ਵੀ ਰਹੇ ਹਾਂ ਔਰ ਬਾਡੀ ਲੈਂਗੁਏਜ ਵੀ ਦੇਖੀ ਹੈ। ਕਹਿੰਦੇ ਜਿੰਨਾ ਮਰਜ਼ੀ ਬਚ ਲਓ, ਸਿਆਸੀ ਰੰਗ ਆ ਹੀ ਹੈ। ਕਿਉਂਕਿ ਜਦੋਂ ਵਿਰੋਧੀ ਧਿਰਾਂ ਨੇ ਨਿਸ਼ਾਨੇ ਲਾਉਣੇ ਆ ਫਿਰ ਤੁਹਾਨੂੰ ਉਸੇ ਲੈਂਗੁਏਜ ਦੇ ਵਿੱਚ ਪ੍ਰਿਪੇਅਰ ਵੀ ਹੋਣਾ ਪੈਂਦਾ ਔਰ ਉਹੀ ਬਾਡੀ ਲੈਂਗੁਏਜ ਰੱਖਣੀ ਪੈਂਦੀ ਹਾਂ ਹੈ। ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ, ਪਰ ਜਿਹੜਾ ਸਿਆਸੀ ਰੰਗ ਦੀ ਮੈਂ ਗੱਲ ਕਰਦੀ ਆ, ਉਹ ਸਿਆਸੀ ਰੰਗ ਜਿਹੜਾ ਪਹਿਲਾਂ ਲੋਕਾਂ ਤੇ ਚੜ ਜਾਂਦਾ ਸੀ ਵੀ ਜੇ ਅਸੀਂ ਸਿਆਸਤ 'ਚ ਆ ਗਏ ਤਾਂ ਪਤਾ ਨਹੀਂ ਅਸੀਂ ਲੋਕਾਂ ਤੋਂ ਪਤਾ ਨਹੀਂ ਕਿੰਨੇ ਕੁ ਵੱਖਰੇ ਜਾਂ ਕਿੰਨੇ ਕੁ ਉੱਪਰ ਚਲੇ ਗਏ। ਸੋ ਮੈਂ ਉਹ ਸਿਆਸੀ ਰੰਗ ਦੀ ਗੱਲ ਕਰਦੀ ਆ ਕਿ ਇਹ ਚੀਜ਼ ਸ਼ਾਇਦ ਮੇਰੇ 'ਚ ਕਦੇ ਨਹੀਂ ਆਏਗੀ, ਕਿਉਂਕਿ ਮੈਨੂੰ ਲੋਕਾਂ ਨੇ ਹੀ ਬਣਾਇਆ ਔਰ ਅੱਜ ਵੀ ਲੋਕ ਉਸੇ ਤਰ੍ਹਾਂ ਹੀ ਮੈਨੂੰ ਮਿਲਦੇ ਨੇ। ਤੋ ਜਾਂ ਕਹਿ ਲਓ ਕਿ ਮੇਰਾ ਸੁਭਾਅ ਦਾ ਹਿੱਸਾ, ਜਾਂ ਕਹਿ ਦੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਹੋ ਜਿਹੀ ਹੈ ਕਿ ਆਮ ਲੋਕ ਹੀ ਆਏ ਨੇ ਤੇ ਉਹ ਆਮ ਲੋਕਾਂ 'ਚ ਹੀ ਰਹਿਣਗੇ। ਅੱਛਾ ਮੈਡਮ, ਘਰ ਦਾ ਕੰਮਕਾਰ, ਕਿਉਂਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਸਾਰਾ ਕੁਝ ਟੈਕਲ ਕਰਦੇ ਹੋ? ਇਹ ਬਹੁਤ ਕਾਮਨ ਕੁਐਸਚਨ ਹੈ, ਪਰ ਇਹ ਪਤਾ ਹੋਣਾ ਚਾਹੀਦਾ। ਕਾਮਨ ਹੈ ਔਰ ਬਹੁਤ ਔਖਾ ਕੰਮ ਹੈ। ਕੰਮਕਾਜੀ ਮਹਿਲਾਵਾਂ ਸਾਰੀਆਂ ਨੂੰ ਹੀ ਔਖਾ ਰਿਹਾ ਸ਼ੁਰੂ ਤੋਂ ਹੀ, ਚਾਹੇ ਤੁਸੀਂ ਬੈਠੇ ਹੋ ਚਾਹੇ ਮੈਂ ਬੈਠੀ ਹਾਂ। ਪਰ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕਿਤੇ ਟਾਈਮ ਮਿਲੇ ਤਾਂ, ਕਿਉਂਕਿ ਉਹਦੇ ਨਾਲ ਇੱਕ ਵੱਖਰੀ ਸੈਟੀਸਫੈਕਸ਼ਨ ਮਿਲਦੀ ਹੈ ਵੀ ਚਲੋ ਕਿਚਨ 'ਚ ਚਲੇ ਗਏ ਜਾਂ ਕੁਝ ਹੋਰ ਕਰ ਲਿਆ। ਸੋ ਜਿੱਥੇ ਕਿਤੇ ਟਾਈਮ ਮਿਲਦਾ ਆਪਣੀ ਸੈਟੀਸਫੈਕਸ਼ਨ ਲਈ ਕਰਨਾ ਪੈਂਦਾ ਜਾਂ ਕਰ ਲਈਦਾ। ਸਭ ਤੋਂ ਵਧੀਆ ਡਿਸ਼ ਕਿਹੜੀ ਬਣਾ ਲੈਂਦੇ ਹੋ? ਮੈਨੂੰ ਇਹ ਲੱਗਦਾ ਕਿ ਮੈਂ ਚਾਹ ਬਹੁਤ ਵਧੀਆ ਬਣਾਉਂਦੀ ਹਾਂ। ਅੱਛਾ, ਤੁਸੀਂ ਮੈਡਮ ਕੈਬਨਿਟ ਦੇ ਵਿੱਚ ਤੁਸੀਂ ਔਰ ਅਨਮੋਲ ਗਗਨ ਮਾਨ ਦੋ ਜਿਹੜੇ ਨੇ ਫੀਮੇਲ ਤੁਸੀਂ ਮਿਨਿਸਟਰ ਹੋ, ਤੁਹਾਨੂੰ ਪਿਛਲੇ 1 ਸਾਲ ਦੇ ਵਿੱਚ ਬੀਇੰਗ ਏ ਕੈਬਨਿਟ ਮਿਨਿਸਟਰ, ਬੀਇੰਗ ਏ ਫੀਮੇਲ, ਕੋਈ ਚੁਣੌਤੀਆਂ ਪੇਸ਼ ਆਈਆਂ ਨੇ? ਕਿਸ ਤਰੀਕੇ ਦਾ ਤੁਹਾਡਾ 1 ਸਾਲ ਦਾ ਤਜਰਬਾ ਰਿਹਾ? ਕਿ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ, ਜਿਵੇਂ ਕਈ ਵਾਰੀ ਮੇਲ ਡੋਮੀਨੇਟਿੰਗ ਸੁਸਾਇਟੀ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਇਹ ਕਰ ਸਕਦੇ ਆ, ਮੈਂ ਇਹ ਕਦੇ ਤੁਹਾਨੂੰ ਸੋਚਣਾ ਪਿਆ ਹੋਵੇ ਕਰਨ ਲਈ ਕਿ ਨਹੀਂ? ਜਿਵੇਂ ਮੈਂ ਤੁਹਾਡੇ ਉਸ ਡੇਰਿੰਗ ਫੈਸਲੇ ਦਾ ਜ਼ਿਕਰ ਕੀਤਾ ਸੀ ਕਿ ਤੁਹਾਡੇ ਮਹਿਕਮੇ 'ਚ 6 ਅਫਸਰ ਜਿਹੜੇ ਸੀ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਮੈਨੂੰ ਇਹ ਲੱਗਦਾ ਕਿ ਇਹ ਹਰ ਇੱਕ ਮਹਿਲਾ ਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਸ਼ਾਇਦ ਮੈਂ ਨਾ ਇਹ ਕਰ ਸਕਾਂ, ਜਾਂ ਬੀਇੰਗ ਏ ਫੀਮੇਲ ਤੁਸੀਂ ਨਹੀਂ ਕਰ ਸਕਦੇ, ਵੀ ਇੱਕ ਸੈਕਸ ਬੇਸਡ ਡਿਸੀਜਨ ਤੁਸੀਂ ਨਹੀਂ ਲੈ ਸਕਦੇ, ਹੈ ਨਾ। ਪਰ ਜਿਸ ਤਰ੍ਹਾਂ ਕਿ ਮੇਰਾ ਪਹਿਲਾਂ ਵੀ ਪ੍ਰੋਫੈਸ਼ਨ ਰਿਹਾ ਔਰ ਮੈਂ ਆਪਣੇ ਪ੍ਰੋਫੈਸ਼ਨ 'ਚ ਵੀ ਬਹੁਤ ਕੰਮ ਕੀਤਾ, ਔਰ ਮੈਨੂੰ ਲੱਗਦਾ ਕਿ ਉੱਥੇ ਕੋਈ ਜੈਂਡਰ ਦੀ ਭਾਵਨਾ ਨਹੀਂ ਸੀ ਕਿ ਮੈਂ ਕਿਸੇ ਮੇਲ ਨਾਲੋਂ ਘੱਟ ਕੰਮ ਕਰ ਰਹੀ ਹਾਂ, ਤਾਂ ਮੈਨੂੰ ਲੱਗਿਆ ਨਹੀਂ। ਪਰ
ਸ਼ੁਰੂਆਤੀ ਦਿਨਾਂ ਦੇ ਵਿੱਚ ਜਿਵੇਂ ਕਹਿੰਦੇ ਸੀ ਵੀ ਇੱਥੇ ਤਾਂ ਜੀ ਇਹੋ ਜਿਹੇ ਲੋਕ ਹੀ ਸਰਵਾਈਵ ਕਰ ਸਕਦੇ ਆ ਜਾਂ ਇੱਥੇ ਤਾਂ ਸਟਰੋਂਗ ਡਿਸੀਜਨ ਲੈਣੇ ਪੈਂਦੇ ਆ। ਠੀਕ ਹੈ। ਔਰ ਮੈਨੂੰ ਲੱਗਦਾ ਨਹੀਂ ਕਿ ਮੈਂ ਕਦੇ ਸਟਰੋਂਗ ਡਿਸੀਜਨ ਲੈਣ ਤੋਂ ਪਿੱਛੇ ਹਟੀ ਹੋਵਾਂ। ਠੀਕ ਹੈ। ਔਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਹੋਣਾ ਵੀ ਨਹੀਂ ਚਾਹੀਦਾ ਔਰ ਹੋਏਗਾ ਵੀ ਨਹੀਂ। ਔਰ ਜੋ ਮੈਂ ਕਰਾਂਗੀ ਕਿਉਂਕਿ ਮੇਰੇ ਕੋਲ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਹੈ ਜੀ। ਔਰ ਮੈਨੂੰ ਲੱਗਦਾ ਕਿ ਮੇਰੀ ਛਵੀ ਵੀ ਲੋਕਾਂ ਵਿੱਚ ਜਾਏਗੀ ਔਰ ਮੈਂ ਇਸ ਲਈ ਵੀ ਡੇਰਿੰਗ ਫੈਸਲੇ ਲੈਂਦੀ ਰਵਾਂਗੀ ਕਿ ਸਾਡੀਆਂ ਬੇਟੀਆਂ, ਸਾਡੀਆਂ ਮਾਵਾਂ, ਭੈਣਾਂ ਉਹ ਸਾਰੀਆਂ ਇਸੇ ਤਰ੍ਹਾਂ ਹੀ ਸਮਾਜ ਵਿੱਚ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਾਈਕੀ ਇਹ ਹੈ ਕਿ ਉਹ ਜੁਰਤ ਵਾਲੇ ਬੰਦਿਆਂ ਨੂੰ ਪਸੰਦ ਕਰਦੇ ਆ, ਜੁਰਤ ਵਾਲੇ ਲੀਡਰਾਂ ਨੂੰ ਪਸੰਦ ਕਰਦੇ ਆ ਕਿ ਜੇ ਤੁਸੀਂ ਮਜ਼ਬੂਤ ਹੋ ਤਾਂ ਹੀ ਫੈਸਲੇ ਲੈ ਸਕੋਗੇ ਔਰ ਤਾਂ ਹੀ ਅੱਗੇ ਮੈਸੇਜ ਦੇ ਸਕੋਗੇ ਕਿ ਜੀ ਤੁਸੀਂ ਮਜ਼ਬੂਤ ਹੋ ਔਰ ਉਸੇ ਮਜ਼ਬੂਤੀ ਨਾਲ ਮਹਿਕਮੇ ਨੂੰ ਚਲਾ ਰਹੇ ਹੋ। ਬਿਲਕੁਲ। ਔਰ ਮੈਨੂੰ ਲੱਗਦਾ ਕਿ ਜੋ ਇੱਕ ਇੰਪ੍ਰੈਸ਼ਨ ਹੁੰਦਾ ਕਿ ਸ਼ਾਇਦ ਜਿਹੜੇ ਉੱਚੀ ਉੱਚੀ ਬੋਲ ਕੇ ਜਾਂ ਬਹੁਤੇ ਕੀ ਕਹਿ ਲੋ ਕਿ ਦਬਕੇ ਮਾਰ ਕੇ ਸਿਆਸਤ ਚਲਾਉਂਦੇ ਨੇ ਸ਼ਾਇਦ ਉਹੀ ਮਜ਼ਬੂਤ ਹੁੰਦੇ ਨੇ। ਸੋ ਉਹ ਮਜ਼ਬੂਤ ਨਹੀਂ ਹੁੰਦੇ। ਤੁਹਾਡੇ ਸਾਹਮਣੇ ਤੁਸੀਂ ਖੁਦ ਹੀ ਗੱਲ ਕੀਤੀ ਕਿ ਜਿਹੜਾ ਡੇਰਿੰਗ ਫੈਸਲਾ ਤੁਸੀਂ ਲਿਆ ਮੈਨੂੰ ਲੱਗਦਾ ਕਿਸੇ ਡਿਪਾਰਟਮੈਂਟ ਨੇ ਲਿਆ ਔਰ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕਿਸੇ ਨੇ ਮੈਨੂੰ ਮੋਟੀਵੇਟ ਕੀਤਾ ਜਾਂ ਫੈਸਲਾ ਲਓ। ਉਹ ਸਾਰਾ ਕੁਝ ਮੈਂ ਆਪਣੇ ਆਪ ਦੇਖ ਕੇ ਖੁਦ ਹੀ ਡਿਸੀਜਨ ਲਿਆ ਸੀ। ਇੱਕ ਗਰੰਟੀ ਵਾਲੇ ਪਾਸੇ ਵੀ ਆਪਾਂ ਆਵਾਂਗੇ, ਉਹ ਬਹੁਤ ਦੇਰ ਤੋਂ ਵੇਟ ਕਰ ਰਹੀਆਂ ਹੋਣਗੀਆਂ ਲੇਡੀਜ਼। ਪਰ ਇੱਕ ਸਵਾਲ ਇਸ ਵਿਚਕਾਰ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ। ਮੁੱਦਾ ਬਹੁਤ ਵੱਡਾ ਹੈ। ਇਸ 'ਚ ਸਿਰਫ ਨੌਜਵਾਨ ਨਹੀਂ ਬਲਕਿ ਲੜਕੀਆਂ ਔਰ ਬੱਚੇ ਖਾਸ ਤੌਰ ਤੇ ਅਗਰ ਅਸੀਂ 12 ਸਾਲ ਤੋਂ ਲੈ ਕੇ 18 ਸਾਲ ਤੱਕ ਗੱਲ ਕਰੀਏ ਤਾਂ ਵੀ ਗਲਤ ਨਹੀਂ ਹੋਏਗਾ। ਉਸ ਤੇ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ? ਕੋਈ ਪਾਈਪਲਾਈਨ ਚ ਹੈ? ਮੈਂ ਇਹ ਦੱਸਣਾ ਚਾਹਾਂਗੀ ਕਿ ਹਾਲੇ ਤੱਕ ਤਾਂ ਇਹ ਸਾਡੇ ਡਿਪਾਰਟਮੈਂਟ ਦਾ ਕੋਈ ਹਿੱਸਾ ਨਹੀਂ ਸੀ ਪਰ ਹੁਣ ਜਿਹੜਾ ਡੀ ਐਡਿਕਸ਼ਨ ਵਾਲਾ ਕੰਮ ਹੈ ਉਹ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਹਿੱਸੇ ਆਉਣ ਜਾ ਰਿਹਾ। ਠੀਕ ਹੈ। ਸੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਔਰ ਖਾਸ ਕਰਕੇ ਬੇਟੀਆਂ ਲਈ, ਮਹਿਲਾਵਾਂ ਲਈ ਕਿ ਉਹਨਾਂ ਨੂੰ ਅਸੀਂ ਕਿਵੇਂ ਕੱਢਣਾ ਹੈ। ਔਰ ਮੈਨੂੰ ਲੱਗਦਾ ਕਿ ਉਹੀ ਗੱਲ ਕਿ ਇੱਕ ਪਾਸੇ ਅਸੀਂ ਸਾਈਕੋਲੋਜੀਕਲੀ ਚੱਲਦੇ ਹਾਂ। ਸੋ ਮੈਨੂੰ ਲੱਗਦਾ ਕਿ ਬੇਟੀਆਂ ਨੂੰ ਮੋਟੀਵੇਟ ਕਰਨਾ ਉਹਦੇ ਵਿੱਚ ਬਹੁਤ ਸਾਰੇ NGOs ਵੀ ਸ਼ਾਮਲ ਕੀਤੇ ਜਾਣਗੇ ਔਰ ਇੱਕ ਵੇਵ ਦੀ ਤਰ੍ਹਾਂ ਜਿਵੇਂ ਅਸੀਂ ਵੇਵ ਕਹਿ ਲਓ ਵੀ ਇਲੈਕਸ਼ਨ ਦੇ ਵਿੱਚ ਨਹੀਂ ਵੇਵ ਚਲਾ ਲੈਂਦੇ। ਸੋ ਜ਼ਰੂਰੀ ਨਹੀਂ ਕਿ ਉਹ ਵੇਵਸ ਇਲੈਕਸ਼ਨ ਦੌਰਾਨ ਹੀ ਚਲਾਈਆਂ ਜਾਣ ਜਾਂ ਵੋਟਾਂ ਇਕੱਠੀਆਂ ਕਰਨ ਲਈ। ਉਹ ਵੇਵਸ ਆਪਾਂ ਸਮਾਜ ਦੇ ਵਿੱਚ ਕਿਸੇ ਵੀ ਕੁਰੀਤੀ ਨੂੰ ਦੂਰ ਕਰਨ ਲਈ ਚਲਾ ਸਕਦੇ ਹਾਂ। ਸੋ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਇਸ ਮੁੱਦੇ ਤੇ ਬਹੁਤ ਵੱਡਾ ਕੰਮ ਕਰੇਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਸਫਲਤਾ ਵੀ ਹਾਸਲ ਕਰਾਂਗੇ। ਗਰੰਟੀ ਦਾ ਮੈਂ ਜ਼ਿਕਰ ਕੀਤਾ ਸੀ ਉਹ ਜ਼ਰੂਰ ਦੱਸ ਦਿਓ ਕਿਉਂਕਿ ਗਨੀਮ ਕੌਰ ਵੀ ਪੁੱਛ ਰਹੇ ਸੀਗੇ ਕਿ ਤੁਸੀਂ ਘੱਟੋ ਘੱਟ ਦਿਲਾਸਾ ਹੋ ਜਾਊਗਾ ਸਾਰਿਆਂ ਨੂੰ ਕਿਉਂਕਿ ਹੁਣ ਤੱਕ ਜੇ ਅਸੀਂ ਵੈਸੇ ਅੰਕੜਿਆਂ ਤੇ ਜਾਈਏ 1200 ਕਰੋੜ ਜਿਹੜਾ ਹੈ ਉਹ ਦੇਣਦਾਰ ਸਰਕਾਰ ਹੋ ਚੁੱਕੀ ਹੈ। 1 ਸਾਲ ਦਾ ਨਹੀਂ ਦਿੱਤਾ ਹੈਗਾ। ਔਰ ਮੈਂ ਵੀ ਦੱਸ ਦਵਾਂ ਸਰਕਾਰ ਇਸ ਕੈਪੈਸਿਟੀ 'ਚ ਹੈ। ਮੈਂ ਸਿੱਧਾ ਸਵਾਲ ਪੁੱਛਾਂ ਕਿ ਤੁਸੀਂ ਇੱਕਦਮ ਉਹ ਫੈਸਲਾ ਲੈ ਸਕਦੇ ਹੋ? ਮੈਂ ਤੁਸੀਂ ਸਿੱਧਾ ਪੁੱਛਿਆ ਔਰ ਮੈਂ ਸਿੱਧਾ ਹੀ ਦੱਸਾਂਗੀ ਕਿ ਸਾਡੇ ਕੋਲ 1,30,00,000 ਕਰੋੜ ਮਹਿਲਾਵਾਂ ਤੇ ਅਸੀਂ ਉਹਨਾਂ ਨੂੰ ਕਿਵੇਂ ਦੇਣਾ। ਹਰ ਮਹੀਨੇ ਸਾਨੂੰ ਸਮਝ ਲਓ 150 ਕਰੋੜ ਬਜਟ ਚਾਹੀਦਾ। ਸੋ ਬਜਟ ਵੱਲ ਜਾਂਦੇ ਜਾਂਦੇ ਟਾਈਮ ਤਾਂ ਲੱਗੇਗਾ। ਠੀਕ ਹੈ। ਇੱਕਦਮ ਅਸੀਂ ਸਾਰਾ ਕੁਝ ਨਹੀਂ ਪਰ ਸਟੈਪ ਵਾਈਜ਼ ਜ਼ਰੂਰ ਕਰਾਂਗੇ। ਜਿਵੇਂ ਅਸੀਂ ਸ਼ੁਰੂਆਤ ਕੀਤੀ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਹੈ ਉਹਦੇ ਅੰਡਰ ਅਸੀਂ ਵੂਮਨ ਹੈਡਡ ਹਾਊਸ ਹੋਲਡਸ ਮਤਲਬ ਕਿ ਇਕੱਲੀਆਂ ਰਹਿ ਰਹੀਆਂ ਔਰਤਾਂ ਜਾਂ ਕਹਿ ਲਓ ਡਾਈਵੋਰਸ ਜਿਨ੍ਹਾਂ ਦਾ ਹੋ ਚੁੱਕਿਆ ਹੈ ਨਾ ਉਹਨਾਂ ਦੀ ਅਸੀਂ ਗਿਣਤੀ ਇਕੱਠੀ ਕੀਤੀ। ਤਕਰੀਬਨ 1.5 ਲੱਖ ਦੇ ਕਰੀਬ ਉਹ ਔਰਤਾਂ ਨੇ। ਸੋ ਉਹਨਾਂ 'ਚ ਮੇਰੇ ਡਿਪਾਰਟਮੈਂਟ ਦੀ ਇਹੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਅਸੀਂ ਉਹਨਾਂ ਨੂੰ ਚੱਕ ਲਈਏ। ਠੀਕ ਹੈ। ਜੋ ਬਣਦਾ ਲਾਭ ਉਹਨਾਂ ਨੂੰ ਸਟੈਪ ਬਾਈ ਸਟੈਪ ਅਸੀਂ ਚੱਲੀਏ ਤਾਂ ਕਿ ਇਹ ਨਾ ਹੋਵੇ ਕਿ ਸਾਰਿਆਂ ਨੂੰ ਦੇਣ ਦੇ ਚੱਕਰ 'ਚ ਜਿਹੜੀਆਂ ਲੋੜਵੰਦ ਨੇ ਉਹ ਵੀ ਰਹਿ ਜਾਣ। ਸੋ ਇਹ ਸਾਡੇ ਵੱਲੋਂ ਇੱਕ ਸਟੈਪ ਲਿਆ ਗਿਆ। ਬਾਕੀ ਹੋ ਸਕਦਾ ਮਾਨ ਸਾਹਿਬ ਦਾ ਡਿਸੀਜਨ ਇਸ ਤੋਂ ਵੀ ਵਧੀਆ ਆ ਜਾਵੇ ਪਰ ਅਸੀਂ ਗਰੰਟੀ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਇਹਦੇ ਨਾਲ ਇੱਕ ਜ਼ਿੰਮੇਵਾਰੀ ਹੋਰ ਵੀ ਪਈ ਹੈ ਉਹ ਪੈਨਸ਼ਨ ਵਾਲੀ ਹੈ। ਉਹ ਵੀ ਸਵਾਲ ਤੁਹਾਡੇ ਤੋਂ ਵਿਧਾਨ ਸਭਾ 'ਚ ਹੋਏ ਨੇ ਕਿ ਤੁਸੀਂ 1500 ਤੋਂ 2500 ਕਦੋਂ ਕਰੋਗੇ। ਔਰ ਉੱਥੇ ਵੀ ਮੈਂ ਇਹੀ ਗੱਲ ਕੀਤੀ ਸੀ ਕਿ ਅਸੀਂ ਇੱਕ ਵਾਰੀ ਤਾਂ ਇਹਨੂੰ ਲੀਹ ਤੇ ਲੈ ਕੇ ਆਏ ਆ, ਬੇਨਿਯਮੀਆਂ ਦੂਰ ਕੀਤੀਆਂ। ਜਿਵੇਂ ਹੁਣ ਦੀ ਗੱਲ ਅਸੀਂ ਕੀਤੀ ਕਿ 90 ਲੱਖ ਜਿਹੜੇ ਲਾਭਪਾਤਰੀ ਸੀ ਉਹ ਡੈਡ ਬੈਨੀਫੀਸ਼ਰੀ ਸੀ। ਉਸ ਤੋਂ ਪਹਿਲਾਂ ਜੋ ਪਹਿਲੀਆਂ ਸਰਕਾਰਾਂ ਵੇਲੇ ਸਰਵੇ ਹੋਇਆ ਉਹਦੇ ਵਿੱਚ ਜੇ ਪੈਂਡਿੰਗ ਰਾਸ਼ੀ ਦੱਸੀਏ ਰਿਕਵਰੀ ਵਾਲੀ ਤਾਂ 1,65,00,000 ਦੀ ਜਿਹੜੀ ਹੈ 165 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਪੈਂਡਿੰਗ ਪਈ ਜਿਹੜੀ ਰਿਕਵਰੀ ਨਹੀਂ ਹੋ ਸਕੀ। ਸੋ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਔਰ ਉਸ ਤੋਂ ਪਹਿਲਾਂ ਇਹੋ ਜਿਹਾ ਵੀ ਆਇਆ ਜਿਹਦੇ ਵਿੱਚ 5-6 ਮਹੀਨੇ ਪੈਨਸ਼ਨ ਹੀ ਨਹੀਂ ਮਿਲੀ ਪਿਛਲੀਆਂ ਸਰਕਾਰਾਂ ਦੌਰਾਨ।
ਉਹ ਪੈਂਡਿੰਗ ਸਾਰਾ ਕੁਝ। ਸੋ ਉਹਨੂੰ ਸਾਰਾ ਕੁਝ ਅਸੀਂ ਲੀਹ ਤੇ ਲੈ ਕੇ ਤਾਂ ਆਏ ਆ, ਪਰ ਇਸ ਤੋਂ ਅੱਗੇ ਵਧਾਵਾਂਗੇ ਵੀ, ਕਿਉਂਕਿ ਸਰਕਾਰ ਨੇ ਗਰੰਟੀ ਦਿੱਤੀ ਸੀ, ਔਰ ਗਰੰਟੀਆਂ ਜਿਵੇਂ ਪਹਿਲੀਆਂ ਪੂਰੀਆਂ ਹੋਈਆਂ ਇਹ ਵੀ ਪੂਰੀਆਂ ਹੋਣਗੀਆਂ। ਅੱਛਾ, ਜਦੋਂ ਆਪਾਂ ਆਮ ਤੌਰ ਤੇ ਸਿਸਟਮ ਨੂੰ ਮੈਮ ਦੂਰੋਂ ਬੈਠ ਕੇ ਵੇਖਦੇ ਹਾਂ, ਤੁਸੀਂ ਚਲੋ ਐਜ਼ ਏ ਬੀਇੰਗ ਡਾਕਟਰ ਕੰਮ ਕੀਤਾ, ਪਰ ਤੁਹਾਡੇ ਫਾਦਰ ਸਾਹਿਬ ਪਹਿਲਾਂ ਤੋਂ ਪੋਲੀਟਿਕਸ ਦੇ ਵਿੱਚ ਨੇ, MP ਰਹੇ ਫਰੀਦਕੋਟ ਤੋਂ। ਸੋ ਇੱਕ ਬਾਹਰ ਬੈਠੇ ਚਿਹਰਾ ਦੇਖਣਾ ਹੁੰਦਾ ਹੈ ਤੁਸੀਂ ਪੋਲੀਟਿਕਸ ਦਾ ਜਾਂ ਸਿਸਟਮ ਦਾ, ਇੱਕ ਸਿਸਟਮ ਦਾ ਹਿੱਸਾ ਬਣ ਕੇ ਦੇਖਣਾ ਹੁੰਦਾ ਹੈ। ਪਿਛਲੇ 1 ਸਾਲ ਦੇ ਵਿੱਚ ਤੁਹਾਨੂੰ ਕੁਝ ਲੱਗਿਆ ਕਿ ਆਹ ਚੀਜ਼ ਤਾਂ ਕਦੇ ਸੋਚੀ ਨਹੀਂ ਸੀ, ਬਹੁਤ ਹੈਰਾਨੀ ਹੋਈ ਹੋਵੇ ਦੇਖ ਕੇ ਕਿ ਸਿਸਟਮ 'ਚ ਇੱਦਾਂ ਕੰਮ ਹੁੰਦੇ? ਇਨ ਸ਼ਾਰਟ ਜੇ ਬਦਲਾਅ ਦੀ ਗੱਲ ਕਰੀਏ, ਹਾਂ, ਬਦਲਾਅ ਸ਼ਬਦ ਜਿਹੜਾ ਸੀ ਉਹ ਇਸੇ ਚੀਜ਼ ਨੂੰ ਮੁੱਖ ਰੱਖ ਕੇ ਤੁਹਾਡੀ ਪਾਰਟੀ ਨੇ ਸਾਹਮਣੇ ਰੱਖਿਆ ਸੀ। ਬਿਲਕੁਲ। ਔਰ ਜੇ ਇਸ ਸਿਸਟਮ 'ਚ ਆਏ ਤਾਂ ਇਸ ਸਿਸਟਮ ਦੀਆਂ ਬਰੀਕੀਆਂ ਸਮਝੀਆਂ ਹੈ ਨਾ, ਕਿ ਉਹਦੇ 'ਚ ਪਤਾ ਲੱਗਿਆ ਕਿ ਜੋ ਲੱਗਦਾ ਸੀ ਕਿ ਪਹਿਲਾਂ ਸ਼ਾਇਦ ਇੰਨਾ ਸੌਖਾ ਹੈ ਵੀ ਨਹੀਂ ਹੈ। ਸੋ ਬਹੁਤ ਸਾਰੇ ਚੈਲੰਜਸ, ਔਰ ਉਹ ਜੋ ਗੱਲਾਂ ਅਸੀਂ ਕਰਦੇ ਸੀ ਵੀ ਅਸੀਂ ਬਦਲਾਅ ਲੈ ਕੇ ਆਵਾਂਗੇ, ਅਸੀਂ ਟਰਾਂਸਪੇਰੈਂਸੀ ਨਾਲ ਕੰਮ ਕਰਾਂਗੇ, ਉਸ ਚੀਜ਼ ਤੇ ਆਉਣ ਲਈ ਵੀ ਬਹੁਤ ਸੰਘਰਸ਼ ਕਰਨਾ ਪਿਆ, ਔਰ ਕਿੱਥੇ ਰੁਕਾਵਟਾਂ ਆਈਆਂ, ਔਰ ਹੈਰਾਨੀ ਵੀ ਹੁੰਦੀ ਹੈ ਵੀ ਇਹ ਲੋਕ ਵੀ ਰੁਕਾਵਟਾਂ ਕਰਦੇ ਨੇ। ਸੋ ਉਹ ਰੁਕਾਵਟਾਂ ਦੂਰ ਕਰਨ ਲਈ ਸਿਸਟਮ ਦੇਖਣ ਨੂੰ ਹੋਰ ਔਰ ਅੰਦਰੋਂ ਹੋਰ, ਔਰ ਕੋਸ਼ਿਸ਼ ਇਹੀ ਹੈ, ਮਾਨ ਸਾਹਿਬ ਦੀ ਵੀ ਕੋਸ਼ਿਸ਼ ਇਹੀ ਹੈ ਕਿ ਜੋ ਅੰਦਰੋਂ ਹੈ ਉਹੀ ਬਾਹਰੋਂ ਲੋਕਾਂ ਦੇ ਸਾਹਮਣੇ ਆਵੇ। ਔਰ ਮੈਨੂੰ ਲੱਗਦਾ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਆ ਕਿ ਸਾਨੂੰ ਪਤਾ ਲੱਗੇ ਵੀ ਐਕਚੁਅਲੀ ਸਰਕਾਰਾਂ ਕਰਦੀਆਂ ਕੀ ਨੇ। ਕਿਉਂਕਿ ਇਹ ਵੀ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਹੋਣਾ ਵੀ ਕਈ ਵਾਰੀ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਦੇ ਹੋ ਉਦੋਂ ਵਾਅਦੇ ਕਰਨੇ ਜਾਂ ਚੀਜ਼ਾਂ ਸੌਖੀਆਂ ਹੁੰਦੀਆਂ, ਜਦੋਂ ਤੁਸੀਂ ਸਰਕਾਰ ਦਾ ਸਿਸਟਮ ਦਾ ਹਿੱਸਾ ਬਣ ਜਾਂਦੇ ਹੋ ਫਿਰ ਐਕਚੁਅਲ ਤਸਵੀਰ ਸਮਝ ਆਉਂਦੀ ਹੈ। ਫਿਰ ਐਕਚੁਅਲ ਤਸਵੀਰ ਇਸ ਲਈ ਸਮਝ ਆਉਂਦੀ ਹੈ ਕਿਉਂਕਿ ਤੁਸੀਂ ਉਸ ਸਟੇਜ ਤੋਂ ਚੱਕਦੇ ਹੋ ਜਿੱਥੋਂ ਪਹਿਲਾਂ ਛੱਡਿਆ ਗਿਆ। ਆਪਾਂ ਜ਼ੀਰੋ ਤੋਂ ਨਹੀਂ ਸ਼ੁਰੂ ਕੀਤਾ ਹੁੰਦਾ, ਸਭ ਕੁਝ ਆਪ ਨਹੀਂ ਕਰਨਾ ਹੁੰਦਾ। ਸੋ ਜੋ ਪਹਿਲਾਂ ਬੈਕਲੌਗ ਛੱਡਿਆ ਗਿਆ, ਜੇ ਮੈਂ ਅੰਗਹੀਣਾਂ ਦੀ ਗੱਲ ਕਰਾਂ ਤਾਂ ਅੰਗਹੀਣ ਸਾਡੇ ਹੈਂਡੀਕੈਪ ਭਰਾ ਭੈਣਾਂ ਬਹੁਤ ਰੌਲਾ ਪਾਉਂਦੇ ਨੇ ਕਿ ਬੈਕਲੌਗ ਨਹੀਂ ਚੱਕਿਆ ਗਿਆ। ਸੋ ਬੈਕਲੌਗ ਜਿਹੜਾ ਸਾਰਾ ਇਕੱਠਾ ਕਰਦੇ ਹੀ ਸਾਨੂੰ ਇੰਨਾ ਟਾਈਮ ਲੱਗ ਗਿਆ ਵੀ ਪਹਿਲਾਂ ਕਿਸੇ ਨੇ ਛੇੜਿਆ ਹੀ ਨਹੀਂ ਵੀ ਇੰਨੇ ਸਾਡੇ ਅੰਗਹੀਣ ਜਿਹੜੇ ਲੋਕ ਨੇ ਪੰਜਾਬ ਦੇ, ਨੌਕਰੀਆਂ ਤੋਂ ਵਾਂਝੇ ਪਏ ਆ, ਨੌਕਰੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ। ਸੋ ਉਹ ਅਸੀਂ ਬੈਕਲੌਗ ਤਿਆਰ ਕਰ ਰਹੇ, ਪਰ ਟਾਈਮ ਲੱਗਦਾ। ਸੋ ਉਹੀ ਗੱਲ ਤੁਹਾਡੇ ਵਾਲੀ ਕਿ ਜਦੋਂ ਅਸੀਂ ਪਹਿਲਾਂ ਸੋਚਦੇ ਕਿ ਐਂ ਕਰ ਲਵਾਂਗੇ, ਔਰ ਜਦੋਂ ਐਕਚੁਅਲੀ ਤੁਸੀਂ ਵਿਚਰਦੇ ਹੋ ਤਾਂ ਪਤਾ ਲੱਗਦਾ ਕਿ ਪਹਿਲਾਂ ਕਿੰਨੀਆਂ ਕਮੀਆਂ ਪਈਆਂ ਸੀ। ਉਹ ਟਾਈਮ ਜ਼ਰੂਰ ਲੱਗ ਰਿਹਾ, ਪਰ ਜੇ ਕੋਸ਼ਿਸ਼ ਕਰਦੇ ਰਵਾਂਗੇ ਤਾਂ ਸਫਲ ਵੀ ਹੋ ਜਾਵਾਂਗੇ। ਕਿਉਂਕਿ ਤੁਹਾਡਾ ਮਹਿਕਮੇ ਤੁਹਾਡੇ ਐਸੇ ਨੇ ਜਿਹਦੇ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਪ੍ਰੋਟੈਸਟ ਦਾ ਸਾਹਮਣਾ ਕਰਨਾ ਪੈਂਦਾ ਹੋਣਾ, ਪੈਨਸ਼ਨਾਂ ਨੂੰ ਲੈ ਕੇ, ਆਂਗਨਵਾੜੀ ਦੀਆਂ ਸਮੱਸਿਆਵਾਂ, ਪ੍ਰੋਟੈਸਟ ਕਿੰਨੇ ਹੁੰਦੇ ਆ। ਸੋ ਉਹਨਾਂ ਸਾਰੀਆਂ ਚੁਣੌਤੀਆਂ ਚੋਂ ਨਿਕਲਣਾ। ਬਿਲਕੁਲ। ਜੇ ਤੁਸੀਂ ਹੁਣ ਆਂਗਨਵਾੜੀ ਦੀ ਗੱਲ ਕੀਤੀ ਤਾਂ ਮੈਂ ਵੀ ਦੱਸ ਦੇਵਾਂ, ਆਂਗਨਵਾੜੀ ਵਰਕਰਸ ਸਭ ਤੋਂ ਪਹਿਲਾਂ ਆਉਂਦੀਆਂ ਰਹੀਆਂ ਜੀ, ਪੇਕਿਓਂ ਸਹੁਰੇ ਵਿਆਹ ਹੋ ਗਿਆ ਜੀ, ਬਦਲੀ ਹੋ ਨਹੀਂ ਸਕਦੀ, ਭਾਵੇਂ 150 ਕਿਲੋਮੀਟਰ ਆ ਭਾਵੇਂ 200 ਕਿਲੋਮੀਟਰ ਹੈ, ਉਹਨੇ ਪੇਕੀ ਜਾਣਾ ਕੰਮ ਕਰਨ, ਤੇ ਉਹਦੇ ਚ ਬਦਲੀ ਨਹੀਂ ਹੋ ਸਕਦੀ। ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ 20 ਸਾਲਾਂ ਤੋਂ ਵੀ ਅਸੀਂ ਤਾਂ ਉਮਰਾਂ ਲੰਘ ਗਈਆਂ ਆਈ ਸਫਰ 21 ਸੈਂਟਰ ਤੇ ਕੰਮ ਕਰ। ਸੋ ਉਹ ਲੱਗਦਾ ਸੀ ਵੀ ਨਹੀਂ ਹੋ ਸਕੇਗਾ, ਪਰ ਫਿਰ ਵੀ ਅਸੀਂ ਪਾਲਿਸੀ ਬਣਾ ਲਈ, ਅਸੀਂ ਬਦਲੀ ਦੀ ਪਾਲਿਸੀ ਬਣਾਈ। ਸੋ ਉਹ ਇੱਕ ਇੰਪੋਸੀਬਲ ਕੰਮ ਲੱਗਦਾ ਸੀ ਵੀ ਜੇ ਇਹ ਕਰ ਲਿਆ, ਬਦਲੀ ਦੀ ਪਾਲਿਸੀ ਬਣਾਈ, ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ, ਔਰ ਅੱਗੇ ਤੋਂ ਵੀ ਇਹ ਸੋਚਿਆ ਕਿ 6 ਮਹੀਨੇ ਬਾਅਦ ਇਹਨਾਂ ਨੂੰ ਟ੍ਰਾਂਸਫਰ ਕਰ ਦਿਆ ਕਰਾਂਗੇ ਜਿੱਥੇ ਚਾਹੁੰਦੀਆਂ ਨੇ। ਸੋ ਮੈਨੂੰ ਲੱਗਦਾ ਔਖਾ ਜ਼ਰੂਰ ਹੈ, ਪਰ ਜਦੋਂ ਤੁਸੀਂ ਕਰ ਲੈਂਦੇ ਹੋ ਤੁਸੀਂ ਕੌਨਫੀਡੈਂਟ ਹੋ ਜਾਂਦੇ ਹੋ ਵੀ ਕੁਝ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਉਹਨਾਂ ਦੀਆਂ ਭਰਤੀਆਂ ਵੀ ਅਸੀਂ ਹੁਣ ਕਰ ਰਹੇ ਹਾਂ। ਸੋ 5000 ਤੋਂ ਉੱਪਰ ਸਾਡੀਆਂ ਨਵੀਆਂ ਆਂਗਨਵਾੜੀ ਵਰਕਰਸ ਆ ਰਹੀਆਂ ਨੇ। ਕਾਫੀ ਕੁਝ ਉਹਨਾਂ ਨੇ ਕਹਿੰਦੀਆਂ ਸੀ, ਆਹ ਦੇਖੋ ਜੀ ਅਸੀਂ ਸੁੰਡੀਆਂ ਵਾਲਾ ਖਾਣਾ ਸਾਨੂੰ ਆਏ ਦਿੰਦੇ ਆ, ਬੱਚਿਆਂ ਨੂੰ ਆਏ ਦਿੰਦੇ ਆ, ਉਹ ਸਾਰਾ ਅਸੀਂ ਪੈਕਡ ਮਟੀਰੀਅਲ ਮਾਰਕਫੈਡ ਦਾ ਤੇ ਉਹ ਪਹੁੰਚਾਉਣਾ ਸ਼ੁਰੂ, ਮਿਡ ਡੇ ਮੀਲ ਜੋ ਬੱਚਿਆਂ ਨੂੰ ਜਾਂਦਾ, ਪ੍ਰੈਗਨੈਂਟ ਵੂਮਨ ਨੂੰ ਜਾਂਦਾ। ਸੋ ਚੁਣੌਤੀਆਂ ਬਹੁਤ ਸੀ, ਪਰ ਜੇ ਮੈਨੂੰ ਲੱਗਦਾ ਕਿ ਚੁਣੌਤੀ ਕਬੂਲ ਕਰ ਲਈਏ ਤਾਂ ਸਭ ਕੁਝ ਸੰਭਵ ਹੈ। ਮਿਡ ਡੇ ਮੀਲ ਨੂੰ ਲੈ ਕੇ ਵੀ ਬਹੁਤ ਸਾਰੇ ਪਹਿਲਾਂ ਘਪਲੇਬਾਜ਼ੀਆਂ ਦੇ ਆਉਂਦੇ ਰਹੇ ਨੇ ਕਿ ਖਰਾਬ ਖਾਣਾ ਦਿੱਤਾ ਜਾਂਦਾ ਹੈ, ਇੱਦਾਂ ਉਹਨੂੰ ਵੀ ਕੁਝ ਦਰੁਸਤ ਕਰਨ ਦੀ ਕੋਸ਼ਿਸ਼ ਹੋਈ ਹੈ। ਮਿਡ ਡੇ ਮੀਲ ਜਿਹੜਾ ਮਿਡ ਡੇ ਮੀਲ ਉਹ ਐਕਚੁਅਲੀ ਹੁਣ ਸਕੂਲਸ ਦੇ ਵੱਲ ਚਲਾ ਗਿਆ ਡਿਪਾਰਟਮੈਂਟ। ਸਾਡੇ ਕੋਲੇ ਆ ਜਾਂਦਾ ਜਿਹੜਾ ਬੱਚੇ ਆਂਗਨਵਾੜੀ ਸੈਂਟਰਸ ਚ ਆਉਂਦੇ ਆ, ਉਹਦੇ ਵਿੱਚ ਕਿਉਂਕਿ ਇਹਨਾਂ ਦੀ ਹੀ ਸ਼ਿਕਾਇਤ ਸੀ, ਵਰਕਰਸ ਆਉਂਦੀਆਂ ਸੀ, ਆਹ ਫੋਟੋਆਂ ਦੇਖੋ ਜੀ, ਆਹ ਦੇਖੋ ਵਿੱਚ ਸੁੰਡੀਆਂ ਵਾਲਾ ਖਾਣਾ ਸਾਨੂੰ ਕਿੰਨੇ ਦਿਨ ਪਹੁੰਚਦਾ ਨਹੀਂ, ਅਸੀਂ ਆਹੀ ਮਹਿਲਾਵਾਂ ਨੂੰ ਦਿੰਦੀਆਂ ਨੇ। ਸੋ ਸਾਰਾ ਕਰਨ ਲਈ ਟਾਈਮ ਤਾਂ ਲੱਗ ਗਿਆ, ਪਰ ਹੁਣ ਬਿਲਕੁਲ ਅਸੀਂ 15 ਕੁ ਦਿਨ ਦਾ ਪੈਕਡ ਮਟੀਰੀਅਲ ਪਹੁੰਚਾਉਂਦੇ ਹਾਂ ਤਾਂ ਕਿ ਉਹ ਸੁੰਡੀਆਂ ਵਾਲਾ ਜਿਹੜਾ ਸਿਸਟਮ ਹੀ ਖਤਮ ਹੋ ਜਾਵੇ। ਸੋ ਅਸੀਂ ਉਹਨੂੰ ਕਰ ਲਿਆ।
ਆਪੋਜੀਸ਼ਨ 'ਚ ਸੀਗੇ ਉਸ ਵੇਲੇ ਬਹੁਤ ਪ੍ਰੋਟੈਸਟ ਜਿਹੜੇ ਹੈ ਉਹ ਕਰਨੇ ਵੀ ਹੁੰਦੇ ਆ, ਸਰਕਾਰ ਨੂੰ ਦੱਸਣਾ ਵੀ ਹੁੰਦਾ ਕਿੱਥੇ ਖਾਮੀਆਂ ਨੇ। ਇਸ ਵੇਲੇ ਜਿਸ ਤਰੀਕੇ ਦੇ ਨਾਲ ਵਿਰੋਧੀ ਸਵਾਲ ਚੁੱਕ ਰਹੇ ਨੇ, ਭਾਵੇਂ ਉਹ ਕਾਨੂੰਨ ਵਿਵਸਥਾ ਦਾ ਹੋਵੇ, ਭਾਵੇਂ ਉਹ ਹੋਰ ਬਹੁਤ ਸਾਰੇ ਮਸਲੇ ਹੋਣ, ਡਿਟੇਲ ਦੇ ਵਿੱਚ ਡੇਲੀ ਇੱਕ ਟਵੀਟਸ ਵੀ ਆਉਂਦੇ ਨੇ ਜਾਂ ਫਿਰ ਹਰ ਤਰੀਕੇ ਦੇ ਨਾਲ ਆਪਣਾ ਉਹ ਪੱਖ ਰੱਖਦੇ ਨੇ, ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ? ਕਿਉਂਕਿ ਅਗਰ ਇੱਕ ਅਸੀਂ ਪਿਨ ਪੁਆਇੰਟ ਤੇ ਅਗਰ ਮੁੱਦਿਆਂ ਦੀ ਗੱਲ ਕਰੀਏ, ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਆਪੋਜੀਸ਼ਨ ਦਾ ਹੋਣਾ ਬਹੁਤ ਜ਼ਰੂਰੀ, ਕਿਉਂਕਿ ਆਪੋਜੀਸ਼ਨ, ਜੇ ਮੈਂ ਮੈਡੀਕਲ ਭਾਸ਼ਾ 'ਚ ਗੱਲ ਕਰਾਂ, ਇੱਕ ਇਮਿਊਨ ਸਿਸਟਮ ਹੁੰਦਾ ਸਾਡੀ ਬਾਡੀ 'ਚ। ਠੀਕ ਹੈ। ਉਹ ਇਮਿਊਨ ਸਿਸਟਮ ਉਦੋਂ ਹੀ ਐਕਟਿਵ ਹੁੰਦਾ ਜਦੋਂ ਅਸੀਂ ਕਦੇ ਬਿਮਾਰ ਹੋ ਜਾਈਏ ਜਾਂ ਕੋਈ ਵਾਇਰਸ ਚਲਾ ਜਾਵੇ। ਉਹ ਜਦੋਂ ਐਕਟਿਵ ਹੋ ਜਾਂਦਾ ਤਾਂ ਫਿਰ ਸਾਨੂੰ ਫੀਵਰ ਹੁੰਦਾ, ਬਹੁਤ ਕੁਝ ਹੁੰਦਾ, ਪਰ ਸਾਨੂੰ ਪਤਾ ਲੱਗਦਾ ਕਿ ਸਾਡੀ ਬਾਡੀ ਕੰਮ ਕਰ ਰਹੀ ਹੈ, ਸਾਡਾ ਇਮਿਊਨ ਸਿਸਟਮ ਠੀਕ ਹੈ। ਸੋ ਇਸੇ ਤਰ੍ਹਾਂ ਹੀ ਮੈਂ ਸਮਝਦੀ ਕਿ ਆਪੋਜੀਸ਼ਨ ਸਾਡਾ ਇਮਿਊਨ ਸਿਸਟਮ ਹੈ। ਜੇਕਰ ਅਸੀਂ ਕੁਝ ਗਲਤ ਕਰ ਰਹੇ ਹਾਂ, ਅਸੀਂ ਕਿਤੇ ਪਿੱਛੇ ਰਹਿ ਗਏ, ਤਾਂ ਉਹ ਵਾਰ-ਵਾਰ ਖੜਕਾਉਂਦੇ ਆ ਵੀ ਤੁਸੀਂ ਆ ਨਹੀਂ ਕੀਤਾ ਜਾਂ ਤੁਹਾਨੂੰ ਇਹ ਕਰਨਾ ਬਣਦਾ ਸੀ। ਸੋ ਸਰਕਾਰ ਵਧੀਆ ਤਰੀਕੇ ਨਾਲ ਚੱਲੇ, ਉਹਦੇ ਲਈ ਮੈਨੂੰ ਲੱਗਦਾ ਕਿ ਇਮਿਊਨ ਸਿਸਟਮ ਸਾਡਾ ਠੀਕ ਇੱਥੇ ਤੇ ਆਪੋਜੀਸ਼ਨ ਇਲਜ਼ਾਮ ਲਾਉਂਦੀ ਕਿ ਸਾਡੀ ਆਵਾਜ਼ ਦਬਾ ਦਿੱਤੀ ਜਾਂਦੀ ਹੈ, ਸਾਨੂੰ ਰੋਕਿਆ ਜਾਂਦਾ ਹੈ, ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ। ਜਿਹੜੇ ਮੈਂ ਕਹਿੰਦੀ ਹਾਂ ਕਿ ਜਦੋਂ ਇਲਜ਼ਾਮ ਲਾਉਣ ਦੀ ਗੱਲ ਹੁੰਦੀ ਆ ਤਾਂ ਸਾਰੀ ਜਨਤਾ ਦੇ ਸਾਹਮਣੇ ਸੈਸ਼ਨ ਚੱਲਦਾ, ਲਾਈਵ ਚਲਾਇਆ ਮਾਨ ਸਾਹਿਬ ਨੇ, ਔਰ ਇਹ ਤਾਂ ਜਨਤਾ ਆਪ ਹੀ ਫੈਸਲਾ ਕਰ ਲਏਗੀ ਕਿ ਕਿਸ ਨੂੰ ਰੋਕਿਆ ਗਿਆ ਜਾਂ ਕੋਈ ਦਬਾਇਆ ਗਿਆ। ਉਹੀ ਕਹਿ ਰਹੇ, ਕਹਿੰਦੇ ਸਾਡੀ ਤਾਂ ਸਿਰਫ ਆਵਾਜ਼ ਹੀ ਗੂੰਜਦੀ ਹੁੰਦੀ ਆ ਜਾਂ ਫਿਰ ਚਿਹਰੇ ਤਾਂ ਸਾਡੇ ਨਜ਼ਰ ਨਹੀਂ ਆਉਂਦੇ, ਨਾ ਦਿਖਾਏ ਜਾਂਦੇ ਨੇ। ਮੈਨੂੰ ਲੱਗਦਾ ਹੈ ਕੋਈ ਵੱਡੀ ਉਹਨਾਂ ਦੀਆਂ ਆਵਾਜ਼ਾਂ ਤਾਂ ਲੋਕ, ਮੈਨੂੰ ਲੱਗਦਾ ਕਿ ਕਈ ਸਾਲਾਂ ਤੋਂ ਸੁਣਦੇ ਆ ਰਹੇ ਆ, ਸ਼ਾਇਦ ਲੋੜ ਹੀ ਨਹੀਂ ਉਹਨਾਂ ਦੇ ਚਿਹਰੇ ਦਿਖਾਉਣ ਦੀ, ਜਾਂ ਚਿਹਰੇ ਵੀ ਦਿਖਾਉਣਾ ਕੋਈ ਵੱਡੀ ਗੱਲ ਨਹੀਂ, ਚਿਹਰੇ ਵੀ ਦਿਖਾ ਦਿੱਤੇ ਜਾਣਗੇ, ਪਰ ਉਹਨਾਂ ਦੀ ਆਵਾਜ਼, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਆਵਾਜ਼ ਕੋਈ ਪਹਿਚਾਣੇਗਾ ਨਹੀਂ। ਔਰ ਜਿੱਥੋਂ ਤੱਕ ਗੱਲ ਚਿਹਰਿਆਂ ਦੀ, ਤਾਂ ਮਾਨ ਸਾਹਿਬ ਨੇ ਵੀ ਖੁਦ ਕਿਹਾ ਸੀ ਸੈਸ਼ਨ 'ਚ ਕਿ ਅਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਔਰ ਅਗਲੀ ਵਾਰੀ ਇਸ ਤੋਂ ਵੀ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਾਂਗੇ। ਅੱਛਾ, ਇਸ ਵੇਲੇ ਮੈਮ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਕਿਸੇ ਨੂੰ ਲੈ ਕੇ ਲੋਕਾਂ ਦੇ ਅੰਦਰ ਡਰ ਜਾਂ ਖੌਫ ਹੈ, ਉਹ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਹੈ। ਪਿਛਲੇ ਦਿਨੀ ਅਜਨਾਲਾ ਦੀ ਘਟਨਾ ਹੋਈ ਜਾਂ ਜੇਲ੍ਹ ਦੇ ਵਿੱਚੋਂ ਵੀਡੀਓ ਆਏ, ਇਸ ਤਰੀਕੇ ਦੇ ਗੈਂਗਸਟਰਿਜ਼ਮ ਜਿਹੜਾ ਹੈ ਉਸਨੇ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਡਰ ਖੌਫ ਪੈਦਾ ਕੀਤਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਾਲ ਦੇ ਵਿੱਚ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲਾਅ ਐਂਡ ਆਰਡਰ ਦੀ ਖੜੀ ਹੋਈ ਹੈ? ਮੈਂ ਜੋ ਆਪਣੀ ਸੋਚ ਨਾਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹੁੰਦਾ ਤਾਂ ਇਹ ਹਮੇਸ਼ਾ ਹੀ ਆਇਆ, ਪਰ ਕਈ ਵਾਰ ਐਂ ਵੀ ਹੋ ਜਾਂਦਾ ਹੈ ਕਿਉਂਕਿ ਇਹ ਸਿਆਸਤ ਆ। ਜਦੋਂ ਲੱਗਦਾ ਹੈ ਕਿ ਲੋਕ ਪੱਖੀ ਗੱਲ ਹੋ ਰਹੀ ਹੈ, ਜਦੋਂ ਲੱਗਦਾ ਹੈ ਕਿ ਲੋਕ ਸਰਕਾਰਾਂ ਦੀ ਗੱਲ ਕਰਦੇ ਨੇ, ਤਾਂ ਉਦੋਂ ਜ਼ਰੂਰ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਹੁੰਦੀਆਂ ਨੇ ਤਾਂ ਕਿ ਲੋਕ ਸਰਕਾਰ ਵਿਰੋਧੀ ਹੋ ਜਾਣ ਜਾਂ ਲੋਕਾਂ ਨੂੰ ਲੱਗੇ ਕਿ ਇਹ ਸਰਕਾਰ ਕੰਮ ਕਰ ਨਹੀਂ ਸਕੀ। ਸੋ ਇਹ ਚੱਲਦਾ ਹੀ ਰਹਿੰਦਾ ਔਰ ਕੋਈ ਪਹਿਲੀ ਵਾਰ ਨਹੀਂ ਹੋਇਆ, ਔਰ ਪੂਰਾ ਮਾਨ ਸਾਹਿਬ ਦੀ ਪੂਰੀ ਐਫਰਟ ਹੈ ਕਿ ਅਸੀਂ ਇਹਨੂੰ ਹਰ ਕਦਮ ਤੇ ਕੰਟਰੋਲ ਕਰਾਂਗੇ, ਔਰ ਕਰਦੇ ਵੀ ਇਹ। ਕਿੰਨੇ ਗੈਂਗਸਟਰ ਉਹਨਾਂ ਨੇ ਜਿਹੜੇ ਕਾਬੂ ਵਿੱਚ ਕੀਤੇ ਨੇ ਔਰ ਜਲਦੀ ਕੀਤੇ, ਐਗਜ਼ਾਮਪਲ ਹੈ ਕਿ ਜਲਦੀ ਕੀਤੇ। ਔਰ ਇਹ ਵੀ ਗੱਲ ਬਾਰ-ਬਾਰ ਕਹੀ ਜਾਂਦੀ ਹੈ ਕਿ ਦੇਖੋ ਇਹ ਗੈਂਗਸਟਰ ਅਸੀਂ ਤਾਂ ਪੈਦਾ ਨਹੀਂ ਕੀਤੇ, ਔਰ ਨਾ ਹੀ ਕਿਸੇ ਵੀ ਕਹਿ ਲਓ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਦਾ, ਕਿਸੇ ਵੀ ਸ਼ਖਸ ਦਾ ਉਹਨਾਂ ਨਾਲ ਕੋਈ ਲਿੰਕ ਹੋਣ ਦਾ, ਸੰਬੰਧ ਹੋਣ ਦਾ ਕੋਈ ਸਬੂਤ ਸਾਹਮਣੇ ਆਇਆ, ਕਿਉਂਕਿ ਪਹਿਲਾਂ ਆਉਂਦੇ ਰਹੇ ਆ, ਲੋਕ ਸਭ ਜਾਣਦੇ ਨੇ। ਔਰ ਜੇ ਕਿਤੇ ਲੋਕਾਂ 'ਚ ਖੌਫ ਹੈ ਤਾਂ ਮਾਨ ਸਾਹਿਬ ਹਮੇਸ਼ਾ ਉਸ ਨੂੰ ਦੂਰ ਕਰਨ ਲਈ ਐਕਸ਼ਨ ਲੈਂਦੇ, ਮੈਨੂੰ ਲੱਗਦਾ ਦਿਨ ਰਾਤ ਕੰਮ ਕਰ ਰਹੇ ਨੇ ਔਰ ਲੋਕਾਂ ਦੇ ਨਾਲ ਖੜੇ ਆ। ਔਰ ਇਹ ਵੀ ਗਰੰਟੀ ਹੈ ਕਿ ਜਿੱਥੇ ਉਹਨਾਂ ਨੂੰ ਲੱਗੇਗਾ ਕਿ ਅਸੀਂ ਡਰ ਰਹੇ ਹਾਂ ਤਾਂ ਅਸੀਂ ਮੂਹਰੇ ਹੋ ਕੇ ਖੜਾਂਗੇ। ਵਾਈਂਡ ਅਪ ਦਾ ਸਮਾਂ, ਇੱਕ ਛੋਟਾ ਜਿਹਾ ਜ਼ਰੂਰ ਸਵਾਲ ਲੈ ਲਈਏ। ਬਹੁਤ ਸਾਰਾ ਚੀਜ਼ਾਂ ਦਾ ਸੀਐਮ ਸਾਹਿਬ ਬਿਆਨ ਕਰਦੇ ਨੇ ਕਿ ਜਿਹੜੀਆਂ ਅਸੀਂ ਗਰੰਟੀਆਂ ਨਹੀਂ ਵੀ ਦਿੱਤੀਆਂ ਉਹ ਵੀ ਅਸੀਂ ਕੰਮ ਕਰ ਰਹੇ ਹਾਂ। ਤੁਹਾਡੇ ਡਿਪਾਰਟਮੈਂਟ 'ਚ ਅਜਿਹਾ ਕਿਹੜਾ ਕੰਮ ਹੋ ਰਿਹਾ ਜਿਹਦੀ ਗਰੰਟੀ ਨਹੀਂ ਦਿੱਤੀ ਔਰ ਅੱਗੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਮਿਲੇਗਾ? ਬਿਲਕੁਲ ਬਿਲਕੁਲ, ਸਭ ਤੋਂ ਵੱਡਾ ਤਾਂ ਜੈਂਡਰ ਬਜਟ, ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਵੀ ਆਉਣਾ ਸੀ ਜਾਂ ਇਹ ਵੀ ਆਏਗਾ। ਸੋ ਇਹ ਬਹੁਤ ਵੱਡਾ ਫਾਇਦਾ ਆਉਣ ਵਾਲੇ ਸਾਲਾਂ 'ਚ ਹੋਣ ਜਾ ਰਿਹਾ ਹੈ। ਬਾਕੀ ਕਈ ਪੁਰਾਣੀਆਂ ਤਰੁੱਟੀਆਂ ਪਈਆਂ ਸੀ, ਜਿਵੇਂ ਮੈਂ ਕਹਿ ਲਾਂ ਕਿ ਆਂਗਣਵਾੜੀ ਵਰਕਰਾਂ ਦੀ ਬਦਲੀ ਦੀ ਗੱਲ ਕਰ ਲਓ, ਭਰਤੀਆਂ ਦੀ ਗੱਲ ਕਰ ਲਓ, ਕਦੀ ਨਹੀਂ ਸੀ ਅਸੀਂ ਕਿਹਾ ਕਿ ਕਰਾਂਗੇ। ਉਸ ਤੋਂ ਬਾਅਦ ਅੰਗਹੀਣਾਂ ਦੀ ਗੱਲ ਕਰ ਲਓ, ਉਹਨਾਂ ਦੀ ਜਿਹੜਾ ਰੋਕ ਦਿੱਤਾ ਗਿਆ ਸੀ, ਪਹਿਲੇ ਅਲਾਊਂਸ ਰੋਕ ਦਿੱਤਾ ਗਿਆ ਸੀ, ਉਹ ਅਸੀਂ ਆਉਂਦੇ ਸ਼ੁਰੂ ਕੀਤਾ। ਸੋ ਇਸ ਤਰ੍ਹਾਂ ਮੈਂ ਤਾਂ ਕਦੇ ਇਹ ਦੇਖਿਆ ਹੀ ਨਹੀਂ ਵੀ ਇਹ ਗਰੰਟੀ ਦਾ ਪਾਰਟ ਹੈ ਜਾਂ ਨਹੀਂ। ਸਾਨੂੰ ਲੱਗਦਾ ਕਿ ਲੋਕ ਹਿੱਤ ਲਈ ਜੋ ਕੰਮ ਹੋ ਰਿਹਾ ਉਹ ਕਰ ਦੇਣਾ ਚਾਹੀਦਾ। ਠੀਕ ਹੈ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਮੈਡਮ, ਤੁਸੀਂ ਆਏ, ਸਮਾਂ ਕੱਢਿਆ। ਤਾਂ ਲਗਾਤਾਰ ਸਾਡੀ ਕੋਸ਼ਿਸ਼ ਹੈ 1 ਸਾਲ ਦੇ
ब्यौरा ਜਿਹੜਾ ਹੈ ਉਹ ਦਰਸ਼ਕਾਂ ਦੇ ਸਾਹਮਣੇ ਰੱਖਿਆ ਜਾਵੇ। ਸਰਕਾਰ ਦਾ 1 ਸਾਲ ਦਾ ਟੈਨਿਓਰ ਪੂਰਾ ਹੋਇਆ, ਕੀ ਚੁਣੌਤੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਉਹਨਾਂ ਨੂੰ ਸਰ ਕੀਤਾ ਜਾਣਾ ਹੈ। ਕੁਝ ਹੋਰ ਮਹਿਮਾਨ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਰਹਾਂਗੇ।